ਹੈਲੋ एवरीवन। ਅੱਜ ਆਪਾਂ ਪ੍ਰੀਵੀਅਸ ਲੈਕਚਰ ਨੂੰ ਹੀ ਕੰਟੀਨਿਊ ਕਰ ਰਹੇ ਹਾਂ। ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਵਟ ਇਜ਼ ਡਿਜੀਟਲ ਇਲੈਕਟ੍ਰੋਨਿਕਸ ਐਂਡ ਵਟ ਇਜ਼ ਅ ਸਿਗਨਲ। ਸੋ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਟਾਈਪਸ ਆਫ ਅ ਸਿਗਨਲ। ਸੋ ਟਾਈਪਸ ਆਫ ਸਿਗਨਲ ਬੇਸਿਕਲੀ ਜਿਹੜਾ ਸਿਗਨਲ ਹੈ ਇਹ ਦੋ ਤਰੀਕੇ ਦਾ ਹੁੰਦਾ ਹੈ। ਫਰਸਟ ਇਜ਼ ਦਾ ਐਨਾਲੌਗ ਸਿਗਨਲ ਐਂਡ ਸੈਕੰਡ ਇਜ਼ ਦਾ ਡਿਜੀਟਲ ਸਿਗਨਲ। ਇਹ ਦੋਨੇ ਸਿਗਨਲਸ ਆਪਾਂ ਵਨ ਬਾय वन डिस्कस ਕਰਾਂਗੇ ਕਿ ਐਨਾਲੌਗ ਸਿਗਨਲ ਕੀ ਹੈ ਐਜ਼ ਵੈਲ ਐਜ਼ ਵਟ ਇਜ਼ ਅ ਡਿਜੀਟਲ ਸਿਗਨਲ ਇਨ ਬਰੀਫ। So what is analog signal? Analog signal are continuous signal and can have value in a limited range. Continuous ਦਾ ਮਤਲਬ ਹੁੰਦਾ ਹੈ ਕਿ ਉਹ ਸਿਗਨਲ ਜਿਹੜਾ ਕਿ ਲਗਾਤਾਰ ਹੋਵੇ। ਲਗਾਤਾਰ ਦਾ ਮਤਲਬ ਇਹ ਹੈ ਕਿ ਜਿੱਦਾਂ ਕਿ 1 ਤੋਂ ਬਾਅਦ 2, 2 ਤੋਂ ਬਾਅਦ 3, 3 ਤੋਂ ਬਾਅਦ 4, 4 ਤੋਂ ਬਾਅਦ 5, ਇਸ ਤਰੀਕੇ ਨਾਲ ਇੱਕ ਕੰਟੀਨਿਊਸ ਫਾਰਮ ਹੋਵੇ। that is known as a continuous signal and can have a value in a limited range। ਔਰ ਉਹ ਜਿਹੜਾ ਸਿਗਨਲ ਹੈ ਉਹਦੀ ਇੱਕ ਕੋਈ ਨਾ ਕੋਈ ਰੇਂਜ ਹੋਏਗੀ। ਫੋਰ ਐਗਜ਼ਾਮਪਲ ਮੈਂ ਕਹਿ ਰਿਹਾ ਕਿ 0 ਵੋਲਟ ਤੋਂ ਲੈ ਕੇ 5 ਵੋਲਟ, ਜਾਂ ਮੈਂ ਕਹਿ ਰਿਹਾ 0 ਡਿਗਰੀ ਤੋਂ ਲੈ ਕੇ 0 ਡਿਗਰੀ ਸੈਲਸੀਅਸ ਤੋਂ ਲੈ ਕੇ 100 ਡਿਗਰੀ ਸੈਲਸੀਅਸ। ਸੋ ਐਨਾਲੌਗ ਸਿਗਨਲ ਕੀ ਹੋਏਗਾ? ਪਹਿਲੀ ਗੱਲ ਦੈਟ ਇਜ਼ ਵੈਰੀ ਇੰਪੋਰਟੈਂਟ ਕਿ ਉਹ ਕੰਟੀਨਿਊਸ ਸਿਗਨਲ ਹੋਣਾ ਚਾਹੀਦਾ ਹੈ। ਆਪਾਂ ਦੇਖਾਂਗੇ ਕੰਟੀਨਿਊਸ ਦਾ ਕੀ ਮਤਲਬ ਇਨ ਡਿਟੇਲ। ਔਰ ਦੂਸਰੀ ਗੱਲ ਹੈ ਕਿ ਕੈਨ ਹੈਵ ਵੈਲਿਊ ਇਨ ਅ ਲਿਮਟਿਡ ਰੇਂਜ। ਉਹਦੀ ਕੋਈ ਨਾ ਕੋਈ ਇੱਕ ਲਿਮਟਿਡ ਰੇਂਜ ਹੋਣੀ ਚਾਹੀਦੀ ਹੈ। ਦੈਨ ਉਸ ਰੇਂਜ ਦੇ ਵਿੱਚ ਹੀ ਉਹ ਸਿਗਨਲ ਕੀ ਕਰੇਗਾ? ਕੰਮ ਕਰੇਗਾ। ਨਾ ਤਾਂ ਉਸ ਘੱਟ ਰੇਂਜ ਵਿੱਚ ਕੰਮ ਕਰੇਗਾ ਵੈਲਿਊ ਤੋਂ, ਨਾ ਹੀ ਉਸ ਤੋਂ ਜ਼ਿਆਦਾ ਵੈਲਿਊ ਦੇ ਉੱਪਰ ਕੀ ਕਰੇਗਾ? ਉਹ ਕੰਮ ਕਰੇਗਾ। ਸੋ ਐਨਾਲੌਗ ਸਿਗਨਲ ਇਜ਼ ਡਿਫਾਈਨਡ ਐਜ਼ ਵੋਲਟੇਜ ਔਰ ਕਰੰਟ whose size is proportional to the quantity it represent। ਬੇਸਿਕਲੀ ਕੀ ਹੈ ਜਿਹੜਾ ਐਨਾਲੌਗ ਸਿਗਨਲ ਹੈ that is in the form of ਜਾਂ ਤਾਂ ਵੋਲਟੇਜ ਹੋਏਗਾ ਜਾਂ ਫਿਰ ਉਹ ਕਰੰਟ ਹੋਏਗਾ। ਵੋਲਟੇਜ ਔਰ ਕਰੰਟ ਕਿਦੋਂ ਹੋਏਗਾ? ਕਿਉਂਕਿ ਵੋਲਟੇਜ ਔਰ ਕਰੰਟ ਲਿਖਿਆ, ਇਹਦਾ ਮਤਲਬ ਹੈ ਕਿ ਇਟ ਵਿਲ ਡਿਪੈਂਡ ਅਪੋਨ ਦਾ ਕੁਆਂਟਿਟੀ, ਵੀ ਕਿਹੜੀ ਕੁਆਂਟਿਟੀ ਆਪਾਂ ਯੂਜ਼ ਕਰ ਰਹੇ ਹਾਂ, ਕਿਹੜਾ ਡਿਵਾਈਸ ਯੂਜ਼ ਕਰ ਰਹੇ ਹਾਂ, ਕੀ ਉਹ ਵੋਲਟੇਜ ਅੰਡਰਸਟੈਂਡ ਕਰ ਰਿਹਾ ਹੈ ਜਾਂ ਕੀ ਉਹ ਕਰੰਟ ਅੰਡਰਸਟੈਂਡ ਕਰ ਰਿਹਾ ਹੈ। ਦੈਨ ਉਹਦੇ ਅਕੋਰਡਿੰਗ ਜਿਹੜਾ ਐਨਾਲੌਗ ਸਿਗਨਲ ਹੈ ਦੇ may be defined as a voltage or a current ਹੋਏਗਾ। It is a continuous signal and has infinite set of possible values। ਇਸ ਲਾਈਨ ਦਾ ਮਤਲਬ ਕੰਟੀਨਿਊਸ ਸਿਗਨਲ ਤਾਂ ਹੈ ਹੀ ਹੈ, ਬਟ ਜਿਹੜੇ ਇਹਦੇ ਵਿੱਚ ਲਿਮਟਿਡ ਰੇਂਜ ਹੈ ਉਹਦੇ ਵਿੱਚ ਕੀ ਹੋਏਗਾ? ਆਪਣੇ ਕੋਲ ਇਨਫਾਈਨਾਈਟ ਸੈਟ ਆਫ ਪੋਸੀਬਲ ਵੈਲਿਊਜ਼ ਹੋਣਗੀਆਂ। ਫਾਈਨਾਈਟ ਦਾ ਮਤਲਬ ਹੁੰਦਾ ਹੈ ਇੱਕ ਫਿਕਸ ਵੈਲਿਊ, ਇਨਫਾਈਨਾਈਟ ਦਾ ਜਿਹੜਾ ਕੋਈ ਅੰਤ ਹੀ ਨਾ ਹੋਵੇ। ਠੀਕ ਹੈ, ਮੰਨ ਲਓ 0 ਤੋਂ ਲੈ ਕੇ ਮੈਂ 100 ਡਿਗਰੀ ਸੈਲਸੀਅਸ ਦੀ ਗੱਲ ਕਰ ਰਿਹਾ ਹਾਂ, ਉਹਦੇ ਵਿੱਚ 0.001, 0.002, 0.003, 0.004 ਐਂਡ ਸੋ ਔਨ। ਫਿਰ ਆਪਣੇ ਕੋਲ 2 ਆਏਗਾ, ਫਿਰ 1 ਆਏਗਾ, 1.00 ਐਂਡ ਸੋ ਔਨ। ਇਹਦੇ ਵਿੱਚ ਇਨਫਾਈਨਾਈਟ ਸੈਟ ਆਫ ਪੋਸੀਬਲ ਵੈਲਿਊਜ਼ ਹੋਣਗੀਆਂ ਜਿਹਦਾ ਵੀ ਕਦੇ ਵੀ ਅੰਤ ਨਹੀਂ ਹੋਏਗਾ। ਉਸ ਸਿਗਨਲ ਨੂੰ ਕੀ ਕਹਾਂਗੇ ਆਪਾਂ? ਐਨਾਲੌਗ ਸਿਗਨਲ ਕਹਾਂਗੇ। ਇਨ ਰੀਅਲ ਵਰਲਡ ਆਪਾਂ ਹੁਣੇ ਗ੍ਰਾਫਿਕ ਦੇਖਾਂਗੇ ਕਿ ਕੰਟੀਨਿਊਸ ਦਾ ਮਤਲਬ ਕੀ ਹੈ ਔਰ ਲਿਮਟਿਡ ਰੇਂਜ ਦਾ ਕੀ ਮਤਲਬ ਹੈ। In the real world, most of quantities such as sound, velocity, temperature, pressure, etc. are analog quantities। ਜਿਹੜੇ ਸਾਊਂਡ ਹੈ, ਵੈਲੋਸਿਟੀ ਹੈ, ਟੈਂਪਰੇਚਰ, ਪ੍ਰੈਸ਼ਰ, ਇਹ ਸਿਗਨਲ ਨਹੀਂ ਹੈ। ਥੀਸ ਆਰ ਦਾ ਕੁਆਂਟੀਟੀਜ਼ ਜਿਹੜੇ ਕਿ ਐਨਾਲੌਗ ਸਿਗਨਲ ਦੇ ਅਕੋਰਡਿੰਗ ਹੀ ਉਹਦੀ ਡੈਫੀਨੇਸ਼ਨ ਜਿਹੜੀ ਹੈ ਉਹਨਾਂ 'ਤੇ ਅਪਲਾਈ ਹੁੰਦੀ ਹੈ। ਤੁਸੀਂ ਦੇਖੇ ਹੋਗੇ, ਆਪਾਂ ਦੇਖਾਂਗੇ ਐਗਜ਼ਾਮਪਲ ਜਾਂ ਟੈਂਪਰੇਚਰ ਦੀ ਕਿ ਉਹ ਕੰਟੀਨਿਊਸ ਸਿਗਨਲ ਵੀ ਹੋਏਗਾ ਔਰ ਉਹਦੀ ਇੱਕ ਲਿਮਟਿਡ ਰੇਂਜ ਵੀ ਹੋਏਗੀ ਔਰ ਉਸ ਰੇਂਜ ਦੇ ਵਿੱਚ ਇਨਫਾਈਨਾਈਟ ਸੈਟ ਆਫ ਪੋਸੀਬਲ ਵੈਲਿਊਜ਼ ਵੀ ਹੋਣਗੀਆਂ। ਦ ਮੋਸਟ ਇੰਪੋਰਟੈਂਟ ਇਜ਼ ਆਲਵੇਜ਼ ਕੀਪ ਇਨ ਮਾਈਂਡ ਐਨਾਲੌਗ ਸਿਗਨਲ ਆਰ ਅ ਕੰਟੀਨਿਊਸ ਸਿਗਨਲ। ਦਿਸ ਇਜ਼ ਅ ਗ੍ਰਾਫਿਕਲ ਵਿਊ ਆਫ ਅ ਐਨਾਲੌਗ ਸਿਗਨਲ। ਸੋ ਇਹ ਜਿਹੜੀ ਇਹ ਵੇਵ ਨਜ਼ਰ ਆ ਰਹੀ ਹੈ ਇਹਨੂੰ ਆਪਾਂ ਕਹਿੰਦੇ ਹਾਂ ਸਾਈਨ ਵੇਵ ਕਹਿੰਦੇ ਹਾਂ ਆਪਣੇ ਕੋਲ। ਠੀਕ ਹੈ, ਦੈਟ ਇਜ਼ ਯੂਜ਼ ਟੂ ਰਿਪਰੈਜ਼ੈਂਟ ਅ ਐਨਾਲੌਗ ਸਿਗਨਲ, ਦੈਟ ਇਜ਼ ਦਿਸ ਵਨ। ਇਸ ਸਾਈਡ ਤੇ ਆਪਣੇ ਕੋਲ ਕੀ ਹੋਏਗੀ? ਵੋਲਟੇਜ ਇਨ ਟਰਮਸ ਆਫ ਵੋਲਟੇਜ ਮੇਜਰ ਕਰ ਰਹੇ ਹਾਂ ਔਰ ਇਨ ਟਰਮਸ ਆਫ ਟਾਈਮ ਹੋਏਗਾ ਕਿ ਇਸ ਟਾਈਮ ਦੇ ਉੱਪਰ ਕਿੰਨੀ ਵੋਲਟੇਜ ਆ ਰਹੀ ਹੈ, ਸਿਗਨਲ ਕਿੰਨਾ ਆ ਰਿਹਾ, ਇਸ ਟਾਈਮ ਦੇ ਉੱਪਰ ਕਿੰਨੀ ਵੋਲਟੇਜ ਆ ਰਹੀ ਹੈ ਐਂਡ ਸੋ ਔਨ। ਠੀਕ ਹੈ, ਦਿਸ ਇਜ਼ ਅ ਗ੍ਰਾਫਿਕਲ ਵਿਊ ਆਫ ਅ ਐਨਾਲੌਗ ਸਿਗਨਲ। ਦੇਖ ਸਕਦੇ ਹੋ ਕੰਟੀਨਿਊਸ ਹੈ, ਕਿਤੇ ਵੀ ਕੋਈ ਗੈਪ ਨਹੀਂ ਹੈ, ਇੱਥੋਂ ਸਟਾਰਟ ਹੋ ਰਿਹਾ ਲਗਾਤਾਰ ਜਾ ਰਿਹਾ, ਲਗਾਤਾਰ ਵੈਲਿਊ ਕੀ ਹੋ ਰਹੀ ਹੈ? ਇਹਦੀ ਇਨਕਰੀਜ਼ ਹੋ ਰਹੀ ਹੈ। ਸਿਮਿਲਰ ਜਦੋਂ ਇਹ ਡਿਕਰੀਜ਼ ਹੋਏਗਾ ਹੌਲੀ ਹੌਲੀ ਡਿਕਰੀਜ਼ ਹੋਏਗਾ। ਇਹ ਨਹੀਂ ਹੈ ਕਿ ਸਿੱਧਾ ਇੱਥੋਂ ਲੈ ਕੇ ਆਟੋਮੈਟਿਕ ਡਿਕਰੀਜ਼ ਨਹੀਂ ਹੋਏਗਾ, ਕੰਟੀਨਿਊਸਲੀ ਕੀ ਹੋਏਗਾ? ਇਹ ਡਿਕਰੀਜ਼ ਹੋਏਗਾ। ਜਿਸ ਕਰਕੇ ਇਹਨੂੰ ਕੀ ਕਹਿ ਰਹੇ ਹਾਂ ਆਪਾਂ? ਦਿਸ ਇਜ਼ ਅ ਕੰਟੀਨਿਊਸ ਸਿਗਨਲ। ਠੀਕ ਹੈ, ਔਰ ਕਹਿ ਰਹੇ ਕਿ ਇਟ ਡਿਫਾਈਨਡ ਐਜ਼ ਵੋਲਟੇਜ ਔਰ ਕਰੰਟ। ਜਾਂ ਤਾਂ ਇਹਦੇ ਵਿੱਚ ਵੋਲਟੇਜ ਫਾਰਮ ਦੇ ਡਿਨੋਟ ਕਰਾਂਗੇ ਆਪਾਂ, ਜਾਂ ਫਿਰ ਇਹਨੂੰ ਆਪਾਂ ਕਰੰਟ ਦੀ ਫਾਰਮ ਦੇ ਵਿੱਚ। ਡਿਪੈਂਡ ਕਰੇਗਾ ਕਿ ਆਪਾਂ ਕੁਆਂਟਿਟੀ ਕਿਸ ਤਰੀਕੇ ਨਾਲ ਇਹਨੂੰ ਆਪਾਂ ਰਿਪਰੈਜ਼ੈਂਟ ਕਰ ਰਹੇ ਹਾਂ ਵਿਦ ਰਿਸਪੈਕਟ ਟੂ ਦਾ ਟਾਈਮ। ਹੁਣ ਮੰਨ ਲਓ ਕਿ ਮੈਂ ਇੱਥੇ ਕਹਿ ਰਿਹਾ ਕਿ ਦਿਸ ਇਜ਼ 0 ਵੋਲਟ ਔਰ ਦਿਸ ਇਜ਼ ਅ 5 ਵੋਲਟ। ਇਹ ਹੋ ਗਈ ਮੇਰੇ ਕੋਲ ਇੱਕ ਲਿਮਿਟਿਡ ਰੇਂਜ। ਮੰਨ ਲਓ ਕਿ ਜਿਹੜਾ ਮੇਰੇ ਕੋਲ ਸਿਗਨਲ ਹੈ
ਉਹ ਇਸ ਰੇਂਜ ਦੇ ਵਿੱਚ ਹੀ ਕੰਮ ਕਰੇਗਾ 0 ਵੋਲਟ ਤੋਂ ਲੈ ਕੇ 5 ਵੋਲਟ। ਔਰ ਇਹ ਵੈਲਿਊ 1 ਵੋਲਟ ਵੀ ਹੋ ਸਕਦੀ ਹੈ, 2 ਵੋਲਟ ਵੀ ਹੋ ਸਕਦੀ ਹੈ, 3 ਵੋਲਟ ਵੀ ਹੋ ਸਕਦੀ ਹੈ, 4 ਵੋਲਟ ਵੀ ਐਜ਼ ਵੈਲ ਐਜ਼ ਅ 5 ਵੋਲਟ। ਸੋ ਇਸ ਲਈ ਕਹਿੰਦੇ ਕੈਨ ਹੈਵ ਵੈਲਿਊ ਇਨ ਅ ਲਿਮਟਿਡ ਰੇਂਜ। ਸੋ ਕੀ ਹੋ ਗਿਆ, ਐਨਾਲੌਗ ਸਿਗਨਲ ਆਰ ਕੰਟੀਨਿਊਸ ਸਿਗਨਲ, ਦਿਸ ਇਜ਼ ਅ ਕੰਟੀਨਿਊਸ ਸਿਗਨਲ, ਇਹਦੇ ਵਿੱਚ ਕੋਈ ਵੀ ਡਿਸਕੰਟੀਨਿਊਸ਼ਨ ਨਹੀਂ ਹੈ, ਲਗਾਤਾਰ ਸਿਗਨਲ ਆਪਣੇ ਕੋਲ ਅਪ ਐਂਡ ਡਾਊਨ ਹੋ ਰਿਹਾ ਹੈ। ਐਂਡ ਕੈਨ ਹੈਵ ਵੈਲਿਊ ਇਨ ਅ ਲਿਮਟਿਡ ਰੇਂਜ, ਔਰ ਉਸ ਸਿਗਨਲ ਦੀ ਜਿਹੜੀ ਵੈਲਿਊ ਹੈ ਦੈਟ ਮੀਨਸ ਉਹਦੀ ਇੱਕ ਲਿਮਟਿਡ ਰੇਂਜ ਹੋਏਗੀ, ਜਿੱਦਾਂ ਕਿ ਇੱਥੋਂ ਮੈਂ ਕਹਿ ਰਿਹਾ ਮਿਨੀਮਮ ਵੈਲਿਊ 0 ਵੋਲਟ ਹੈ ਔਰ ਮੈਕਸਿਮਮ ਵੈਲਿਊ ਕੀ ਆ 5 ਵੋਲਟ ਹੈ। ਔਰ ਨਾਲ ਕੀ ਕਹਿ ਰਿਹਾ, ਇਟ ਇਜ਼ ਅ ਕੰਟੀਨਿਊਸ ਸਿਗਨਲ ਐਂਡ हैज़ इनफाइनाइट सैट ऑफ पॉसीबल वैल्यूज। इनफाइनाइट सैट ऑफ पॉसीबल का मतलब है कि इन्हों के अपने को बहुत सारिया इनफाइनाइट वैल्यूज आदि। फॉर एग्जाम्पल इतों आप कहते हैं 0.1 0.2 0.3 0.4 0.5 0.6। अगर होर नंबर डेसीमल नंबर्स ले लीए, पोजीशंस ले लीए 0.001 0.002, दैट मीनस इनफिनिटी वैल्यू जी है सैट ऑफ पॉसीबल वैल्यूज है वो इस सिग्नल की आ सकती हैं। सो दिस इज़ अ वोल्टेज, ये रेंज हो गई। इस तरीके अपने को मैं कह रहा 1 सैकेंड, इस तरीके अपने को की हो गया एक टाइम, इस टाइम पर अपने को कितनी वोल्टेज है, इस टाइम पर अपने को कितनी वोल्टेज है, सिग्नल का मेजर कर रहे हैं इस टाइम पर अपने को कितनी वोल्टेज है। ठीक है, सो दिस इज नोन एज अ कॉन्टिन्यूस सिग्नल एंड हैविंग अ लिमिटेड रेंज। सो साउंड, वेलोसिटी, टेम्परेचर, प्रेशर एक्सेट्रा दीज ऑल आर अ एनालॉग क्वांटिटीज। फॉर एग्जांपल देखेंगे लिमिटेड रेंज, फॉर एग्जांपल आप लईए 0 to 5 वोल्ट, और इनफिनिट सेट ऑफ पॉसिबल वैल्यू रेंज का मतलब की है 0 वोल्ट 0.1 0.2 0.3 0.4 0.5 एंड सो ऑन 1 वोल्ट हुई। फिर देखो ये कितनी वैल्यूज आ गई। अगर तुम होर इनक्रीज करना चाहते हो दैन 0.001 0.002, दैट मीनस जिन्ने डेसीमल बढ़ाई जाओगे उन्नी ही ये इनफिनिट पॉसिबल जी वैल्यूज है वो एग्जिस्ट कर सकती हैं। सो दैट इज़ नोन एज अ एनालॉग सिग्नल। वो सिग्नल जोड़ा कि कॉन्टीन्यूस होना चाहिए है, लगातार अपने को वैल्यूज इंक्रीज और डिक्रीज होनी चाहिए है। ठीक है, और वो की होनी चाहिए एक लिमिटेड रेंज होनी चाहिए है, जिदा कि आप देखिए वो रेंज के ही काम करेगा। क्लीयर, और हैज़ अ इनफिनिट सैट ऑफ पॉसिबल वैल्यूज, और ये जी अपने को रेंज है वो इनफिनिट सैट ऑफ पॉसिबल वैल्यूज हो सकती हैं। अगर अपने को ये चीज़ होएगी कॉन्टीन्यूस होएगा लिमिटेड रेंज होएगी दैन दैट इज़ नोन एज अ एनालॉग सिग्नल। ये अपने को ग्राफिकल व्यू है, इनू आप साइन वेव भी कहते हैं। ठीक है, इतने अपने को वोल्टेज हो गई इन टर्म्स ऑफ मैयर, आप वोल्टेज कनेक्ट कर सकते हैं। इधर की हो गया अपने को टाइम हो गया। एट एनी पॉइंट तुम मैयर कर सकते हो कि इस पॉइंट के उपर कितनी वोल्टेज है या इस टाइम के उपर कितनी वोल्टेज एंड सो। क्लीयर, हम आप एक इनू अंडरस्टैंड एग्जाम्पल लै रहे हैं एनालॉग सिग्नल को। कॉन्टीन्यूस का मतलब की है ये देखो, पहला देखो एनालॉग सिग्नल है, इसमें आप बाहर डिस्कस कर रहे हैं। एनालॉग सिग्नल है ये अपने को एक डिजिटल सिग्नल है। एनालॉग सिग्नल के देखो अपने को एक आर्म है, सूई जिन्होंने कहते नीडल कहते हैं, दूसरी अपने को मिनट्स की होंगी है, और तीसरी अपने को की होंगी है सैकेंड की होंगी है। डैट मीन जो सानू आवर्स भी दे रहा है। ठीक है, मान लो 10:10 मिनट और 10 सैकेंड, डैट मीन सानू कंप्लीट इन्फॉर्मेशन ये की है मिल रही है। इट विल रिप्रेजेंट डाटा इन द फॉर्म ऑफ आवर्स, मिनट्स एज वेल एज अ सेकेंड्स। सो इन एनालॉग वी हैव एवरी वैल्यू बिटवीन लिमिट दैट वाई कॉल अ एनालॉग। एनालॉग दे विच हर एक वैल्यू दे विच अपने कोल की है कोई भी वैल्यू एग्जिस्ट कर सकती। जो कि आप और 5 मिनट और 10 मिनट के आप वैल्यू लीए 6 7 8 9 10, दैट मीनस की होएगा एवरी वैल्यू बिटवीन लिमिट कि होगी 1 तो लैके 2, 5 मिनट तो लैके 10 मिनट की होगी लिमिट हो गई है। सो वो कोई भी वैल्यू एग्जिस्ट कर सकती है, उन्होंने की कहांगे आप एनालॉग कहांगे। अगर आप डिजिटल क्लॉक की गल करिए और अपने को मान लो एक अपने को आर है, ये अपने को दस रहा है कि आवर्स है किन्ने घंटे हो अपने को होया, ये अपने को दस रहा है मिनट्स दस रहा है 4:20 हो रहे। हुण मान लो ये अपने को 4:20 तो बाद 4:21 हो जाते। ठीक है, अगर अपने को डिजिटल एनालॉग नहीं है तो ये 20 मिनट और 21 मिनट के जोड़ा है अपने को जो सैकेंड्स है वो डिस्पले नहीं कर रहा, वो की वैल्यूज है सानू नहीं पता। ठीक है, बट जो आप एनालॉग की गल करांगे एक पर्टिकुलर वैल्यू एक पर्टिकुलर रेंज के साडे कोल कोई भी वैल्यू आ सकती है। ठीक है, 6 सैकेंड 7 सैकेंड 8 सैकेंड 9 सैकेंड 10 सैकेंड। जो आप मिनट की गल करिए अपने को अगर इतने एग्जाम्पल लाइए 5 मिनट तो बाद 6 मिनट 7 मिनट 8 मिनट 10 मिनट। बट जो आप यदी गल करांगे 20 और 21 किहड़ियां वैल्यू सीगियां 20 तो बाद जो सैकेंड्स है 1 सैकेंड 2 सैकेंड 3 सैकेंड 4 सैकेंड वो साडे कोल की वैल्यूज इत्थे नहीं मिल रही है। फिर उन्होंने की कहांगे आप कॉन्टीन्यूस नहीं कह सकते।
ਕੰਟੀਨਿਊਸ ਕਹੇਗਾ ਕਿ ਉਸ ਪਾਰਟਿਕੂਲਰ ਵੈਲਿਊ ਦੇ ਵਿੱਚ ਸਾਰੀਆਂ ਜਿਹੜੀਆਂ ਅਗਰ ਐਵਰੀ ਪੋਸੀਬਲ ਵੈਲਿਊਜ਼ ਆ ਉਹ ਅਗਰ ਹੈਗੀਆਂ ਆਪਾਂ ਨੂੰ ਮਿਲ ਅਸੈਸ ਹੋ ਰਹੀਆਂ, ਦੈਨ ਯੂ ਕੈਨ ਸੇ ਆ ਐਨਾਲੌਗ, ਔਰ ਦੈਨ ਯੂ ਕੈਨ ਸੇ ਆ ਕੰਟੀਨਿਊਸ। ਇਨ ਡਿਜੀਟਲ ਵੀ ਹੈਵ ਅ ਸਰਟਨ ਲੈਵਲਸ ਹੀ ਹੋਣਗੇ, ਜਿੱਦਾਂ 1 2 ਜਾਂ 2 ਤੋਂ 3, ਔਰ 1 ਔਰ 2 ਦੇ ਵਿਚਲੀ ਵੈਲਿਊ ਸਾਡੇ ਕੋਲ ਨਹੀਂ ਹੋਣਗੀਆਂ ਇਨ ਕੇਸ ਆਫ ਡਿਜੀਟਲ। ਬਟ ਐਨਾਲੌਗ ਦੇ ਵਿੱਚ ਕੀ ਹੋਏਗਾ, ਆਪਣੇ ਕੋਲ ਇੱਕ ਲਿਮਿਟ ਦੇ ਵਿੱਚ ਆਪਣੇ ਕੋਲ ਐਵਰੀ ਪੋਸੀਬਲ ਜਿਹੜੀਆਂ ਵੈਲਿਊਜ਼ ਆ ਉਹ ਹੋ ਸਕਦੀਆਂ ਹੈ, ਜਿਸ ਕਰਕੇ ਉਹ ਇਹਨੂੰ ਕੀ ਬਣਾ ਰਹੀ ਹੈ, ਉਹ ਕੰਟੀਨਿਊਸ ਬਣਾ ਰਹੀ ਹੈ। ਹੁਣ ਆਪਾਂ ਇਹ ਐਗਜ਼ਾਮਪਲ ਲਈ ਆ, ਦੇਖੋ ਇਹ ਆਪਣੇ ਕੋਲ ਕੀ ਆ, ਮਿੰਟਸ ਹੈ 19 20 21 22, ਔਰ 20 ਮਿੰਟ ਤੋਂ 30 ਸੈਕਿੰਡ ਜਿਹੜੀ ਵੈਲਿਊ ਹੈ ਇਸ ਵਿੱਚ ਕੀ ਆ ਉਹ ਅਲਾਉਡ ਨਹੀਂ ਹੈ। ਦੈਟ ਮੀਨਸ ਇਹ ਟਾਈਮ ਕਦੋਂ ਸੀ, ਇਸ ਟਾਈਮ ਤੇ ਕੀ ਹੋ ਰਿਹਾ ਸੀ, ਸਾਨੂੰ ਉਹਦੀ ਇਨਫੋਰਮੇਸ਼ਨ ਨਹੀਂ ਹੈ। ਸੋ ਇਹਨੂੰ ਕੀ ਕਹਾਂਗੇ ਆਪਾਂ, ਕੰਟੀਨਿਊਸ ਨਹੀਂ ਕਹਾਂਗੇ। ਅਗਰ ਇਹ ਵੈਲਿਊ ਦੇ ਵਿੱਚ ਐਗਜ਼ਿਸਟ ਹੁੰਦੀ ਦੈਨ ਯੂ ਕੈਨ ਸੇ ਆ ਕੰਟੀਨਿਊਸ। ਦੈਟ ਮੀਨਸ ਕੀ ਹੋਏਗਾ, ਦੇਖੋ ਐਵਰੀ ਵੈਲਿਊ ਬਿਟਵੀਨ ਲਿਮਿਟ ਦੈਟ ਵਾਈ ਕਾਲ ਆ ਐਨਾਲੌਗ। ਲਿਮਿਟ ਆ ਗਈ ਆਪਣੀ 20 ਤੋਂ 21, ਔਰ ਅਗਰ ਆਪਾਂ ਹਰ ਕੋਈ ਵੈਲਿਊ ਅਸੈਸ ਕਰ ਰਹੇ ਹਾਂ ਦੈਨ ਯੂ ਕਹਿ ਸਕਦੇ ਹਾਂ ਆਪਾਂ ਦਿਸ ਇਜ਼ ਅ ਐਨਾਲੌਗ। ਅਗਰ ਨਹੀਂ ਅਸੈਸ ਕਰ ਪਾ ਰਹੇ ਦੈਟ ਇਜ਼ ਨਾਟ ਅ ਐਨਾਲੌਗ, ਔਰ ਦੈਨ ਉਹਨੂੰ ਕਹਾਂਗੇ ਆਪਾਂ ਡਿਜੀਟਲ ਕਹਾਂਗੇ। ਸੋ ਇਨ ਡਿਜੀਟਲ ਵੀ ਹੈਵ ਅ ਸਰਟਨ ਲੈਵਲਸ ਹੋਣਗੇ, 20 21 22 23, ਠੀਕ ਹੈ, ਜਾਂ 20 ਔਰ 22 ਕਹਿ ਦਈਏ ਇਹ ਲੈਵਲਸ ਹੈ। 20 ਔਰ 22 ਦੇ ਵਿੱਚ ਕਿਹੜੀਆਂ ਵੈਲਿਊਜ਼ ਆ ਸਾਨੂੰ ਉਹ ਨਹੀਂ ਪਤਾ ਲੱਗਣਗੀਆਂ, ਦੈਨ ਉਹ ਕੀ ਹੋਏਗਾ, ਐਨਾਲੌਗ ਨਹੀਂ ਹੋਏਗਾ, ਕੰਟੀਨਿਊਸ ਨਹੀਂ ਹੋਏਗਾ। ਹੁਣ ਅਗਰ ਆਪਾਂ ਇਹਦੀ ਗੱਲ ਕਰੀਏ, ਇਹ ਮੇਰੇ ਕੋਲ ਇੱਕ ਟੈਂਪਰੇਚਰ ਹੈ, ਠੀਕ ਹੈ, ਇਨ ਦਿਸ ਫॉर्म ਦਿਸ ਇਜ਼ ਅ ਟੈਂਪਰੇਚਰ ਐਂਡ ਦਿਸ ਇਜ਼ ਅ ਟਾਈਮ, ਠੀਕ ਹੈ, ਦਿਸ ਇਜ਼ ਅ ਐਨਾਲੌਗ ਸਿਗਨਲ। ਉਹ ਆਪਣੇ ਕੋਲ ਜਿਹੜਾ ਲਾਸਟ ਆਪਾਂ ਫਿਗਰ ਡਿਸਕਸ ਕੀਤੀ ਸੀ ਉਹਨੇ ਜਿਹੜੀ ਡੈਫੀਨੇਸ਼ਨ ਦੀ ਕੀ ਸੀਗੀ, ਉਹਦੇ ਵਿੱਚ ਜਿਹੜੀ ਆਹ ਚੀਜ਼ ਹੈ ਇੱਕ ਸਟੈਂਡਰਡ ਫਾਰਮੇਸ਼ਨ ਹੈ, ਠੀਕ ਹੈ। ਸਟੈਂਡਰਡ ਫਾਰਮ ਆਪਾਂ ਐਨਾਲੌਗ ਸਿਗਨਲ ਇਸ ਤਰੀਕੇ ਨਾਲ ਕੀ ਕਰ ਰਹੇ ਹਾਂ, ਰਿਪਰੈਜ਼ੈਂਟ ਕਰਦੇ ਹਾਂ। ਸੋ ਇਨ ਦਿਸ ਕੇਸ ਆਪਣੇ ਕੋਲ ਦਿਸ ਇਜ਼ ਐਨਾਲੌਗ ਸਿਗਨਲ ਹੈ, ਯੂ ਕੈਨ ਸੀ ਦਿਸ ਇਜ਼ ਅ ਕੰਟੀਨਿਊਸ ਹੈ, ਹਰ ਪੁਆਇੰਟ ਆਪਾਂ ਨੂੰ ਕੋਈ ਵੈਲਿਊ ਮਿਲ ਸਕਦੀ ਹੈ। ਇਹ ਫਸਟ ਡੇ 'ਤੇ ਮੰਨ ਲਓ ਆਪਾਂ ਟੈਂਪਰੇਚਰ ਨੋਟ ਕਰਨਾ ਹੈ ਕਿ 9 ਵਜੇ ਕਿੰਨਾ ਟੈਂਪਰੇਚਰ ਸੀਗਾ, ਕਲੀਅਰ 9 AM ਤੇ ਦੈਨ ਉਸ ਤੋਂ ਬਾਅਦ ਲਾਸਟ 31ਵੇਂ ਡੇ 'ਤੇ ਯਾਨੀ 31st ਡੇ ਆਫ ਅ ਮੰਥ ਬਾਹਰ ਆਪਣੇ ਕੋਲ ਕਿੰਨਾ ਟੈਂਪਰੇਚਰ ਸੀਗਾ। ਸਿਮਿਲਰਲੀ ਆਪਾਂ ਇਨ ਬਿਟਵੀਨ ਐਨੀ ਡੇ ਵੀ ਆਪਾਂ ਕੀ ਆ ਟੈਂਪਰੇਚਰ ਕੀ ਆ ਉਹ ਫਾਈਂਡ ਆਊਟ ਕਰ ਸਕਦੇ ਹਾਂ। ਦੈਟ ਮੀਨਸ ਕੰਟੀਨਿਊਸ ਫਾਰਮ, ਪਹਿਲੇ ਦਿਨ, ਦੂਸਰੇ ਦਿਨ, ਤੀਸਰੇ ਦਿਨ, ਚੌਥੇ ਦਿਨ, 5ਵੇਂ 6ਵੇਂ 7ਵੇਂ 8ਵੇਂ, ਦੈਟ ਮੀਨ 1 ਤੋਂ ਲੈ ਕੇ 31 ਦੇ ਵਿੱਚ ਜਿੰਨੀਆਂ ਵੀ ਵੈਲਿਊਜ਼ ਹੈ ਕਿਸੇ ਵੀ ਡੇ ਦੇ ਉੱਪਰ ਆਪਾਂ ਟੈਂਪਰੇਚਰ ਕੀ ਕਰ ਸਕਦੇ ਹਾਂ, ਅਸੈਸ ਕਰ ਸਕਦੇ ਹਾਂ। ਮੰਨ ਲਓ ਕਿ ਆਪਣੇ ਕੋਲ ਜਿਹੜਾ ਪਹਿਲਾ ਦਿਨ ਹੈ ਉੱਤੇ 9 ਵਜੇ ਆਪਣੇ ਕੋਲ ਇਹ ਵਾਲਾ ਟੈਂਪਰੇਚਰ ਹੈ 27 ਡਿਗਰੀ ਸੈਲਸੀਅਸ। ਸਿਮਿਲਰਲੀ 10 ਵਜੇ ਆਪਣੇ ਕੋਲ ਟੈਂਪਰੇਚਰ ਆਇਆ ਉਹ ਆਇਆ 30.18 ਡਿਗਰੀ। ਹੁਣ ਵਟ ਇਜ਼ ਦਾ ਵੈਲਿਊ ਇਨ ਬਿਟਵੀਨ 10 ਵਜੇ ਤੋਂ ਲੈ ਕੇ 9 ਵਜੇ ਲੈ ਕੇ 10 ਵਜੇ ਦੇ ਵਿੱਚ ਟੈਂਪਰੇਚਰ ਕਿਹੜਾ ਹੈ, ਠੀਕ ਹੈ, ਦੈਨ ਉਹਦੇ ਵਾਸਤੇ ਆਪਾਂ ਉਹ ਵੀ ਵੈਲਿਊ ਕੀ ਕਰ ਸਕਦੇ, ਅਸੈਸ ਕਰ ਸਕਦੇ ਹਾਂ। 9:05 ਜਾਂ 9:10। ਸਿਮਿਲਰਲੀ ਇਸੇ ਤਰੀਕੇ 9:45। ਦੈਟ ਮੀਨਸ ਕੀ ਹੋਏਗਾ, ਇੱਕ ਪਰਟੀਕੂਲਰ ਰੇਂਜ ਦੇ ਵਿੱਚ ਕੀ ਹੋਏਗਾ, ਆਪਣੇ ਕੋਲ ਕੋਈ ਵੀ ਵੈਲਿਊ ਜਿਹੜੀ ਆਪਾਂ ਉਹ ਅਸੈਸ ਕਰ ਸਕਦੇ ਹਾਂ। ਅਗਰ ਇਹ ਅਸੈਸ ਹੋ ਰਹੀ ਆ ਦੈਟ ਇਜ਼ ਨੋਨ ਐਜ਼ ਅ ਕੰਟੀਨਿਊਸ। ਕੰਟੀਨਿਊਸ ਮੀਨਸ ਕੀ ਹੋਏਗਾ, ਹਰ ਇੱਕ ਵੈਲਿਊ ਹੋਏਗੀ, ਐਵਰੀ ਪੋਸੀਬਲ ਵੈਲਿਊ ਵਿਟਿਨ ਅ ਪਰਟੀਕੂਲਰ ਰੇਂਜ ਹੋਏਗੀ। ਕਿਸੇ ਵੀ ਪੁਆਇੰਟ ਦੇ ਉੱਪਰ ਆਪਾਂ ਕੋਈ ਵੀ ਵੈਲਿਊ ਕੀ ਕਰ ਸਕਦੇ ਹਾਂ, ਅਸੈਸ ਕਰ ਸਕਦੇ ਹਾਂ। ਸਿਮਿਲਰਲੀ ਇਸ ਪੁਆਇੰਟ ਦੇ ਉੱਪਰ ਵੀ ਆਪਾਂ ਐਟ ਐਨੀ ਟਾਈਮ 17ਵੇਂ ਦਿਨ ਕੀ ਟੈਂਪਰੇਚਰ ਸੀਗਾ ਇਸ ਟਾਈਮ ਦੇ ਉੱਪਰ ਆਪਾਂ ਉਹ ਅਸੈਸ ਕਰ ਸਕਦੇ ਹਾਂ, ਕਲੀਅਰ। ਸੋ ਦੈਟ ਇਜ਼ ਨੋਨ ਐਜ਼ ਅ ਕੰਟੀਨਿਊਸ। ਮੈਂ ਇੱਥੇ ਕੰਟੀਨਿਊਸ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਕੰਟੀਨਿਊਸ ਦਾ ਮਤਲਬ ਇਹ ਹੁੰਦਾ ਹੈ ਕਿ ਪਰਟੀਕੂਲਰ ਰੇਂਜ ਦੇ ਵਿੱਚ ਕੀ ਹੋਏਗਾ, ਸਾਰੀਆਂ ਪੋਸੀਬਲ ਵੈਲਿਊਜ਼ ਹੋਣਗੀਆਂ, ਕੋਈ ਡਿਸਕ੍ਰੀਟ ਲੈਵਲ ਨਹੀਂ ਹੋਏਗਾ, ਜਿੱਦਾਂ ਕਿ ਡਿਜੀਟਲ ਦੇ ਵਿੱਚ ਹੁੰਦਾ ਹੈ। ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਡਿਸਕ੍ਰੀਟ ਟਾਈਮ ਸਿਗਨਲ ਕੀ ਹੁੰਦਾ ਹੈ, ਇਜ਼ ਡਿਫਾਈਨਡ ਫॉर द डिस्क्रीट इंटरवल ऑफ टाइम। ਇਹਦਾ ਮਤਲਬ ਇਹ ਹੈ ਕਿ ਅਗਰ ਆਪਾਂ ਇੱਕ ਪਰਟੀਕੂਲਰ ਟਾਈਮ ਦੇ ਉੱਪਰ ਆਪਾਂ ਕੋਈ ਵੈਲਿਊ ਲੈ ਰਹੇ ਹਾਂ, ਠੀਕ ਹੈ, ਉਹਨੂੰ ਕੀ ਕਹਾਂਗੇ ਆਪਾਂ ਡਿਸਕ੍ਰੀਟ ਟਾਈਮ ਸਿਗਨਲ। ਅਗਰ ਮੈਂ ਇਹੀ ਫਿਗਰ ਨੂੰ ਨੀਚੇ ਕਾਪੀ ਕਰਾਂ, ਇਨ ਦਿਸ ਕੇਸ ਤੁਸੀਂ ਦੇਖ ਸਕਦੇ ਹੋ ਕਿ ਫਸਟ ਡੇ 9 AM ਤੇ ਮੈਂ ਡਿਸਕ੍ਰੀਟ ਟਾਈਮ ਸਿਗਨਲ ਦੀ ਗੱਲ, ਡਿਸਕ੍ਰੀਟ ਮੀਨਸ ਸਰਟਨ ਲੈਵਲ, ਸਰਟਨ ਲੈਵਲ ਮੀਨਸ ਕੀ ਆ 9 AM ਐਜ਼ ਵੈਲ ਐਜ਼ 10 AM। ਪਹਿਲੇ ਦਿਨ ਦੇ ਵਿੱਚ ਆਪਾਂ ਦੇਖਿਆ ਕਿ 9 ਵਜੇ ਆਪਣੇ ਕੋਲ ਕਿੰਨਾ ਟੈਂਪਰੇਚਰ ਸੀ, ਮੈਂ ਕਰਿਆ ਕਿ ਇੱਥੇ ਮੇਰੇ ਕੋਲ 27 ਡਿਗਰੀ ਸੈਲਸੀਅਸ ਸੀਗਾ। ਸਿਮਿਲਰਲੀ ਸੇਮ ਡੇ 10 ਵਜੇ ਮੇਰੇ ਕੋਲ ਟੈਂਪਰੇਚਰ ਕਿੰਨਾ ਹੈ, ਦਿਸ ਵਨ। ਸੋ ਦਿਸ ਇਜ਼ ਜਿਹੜਾ ਇੱਕ ਪਰਟੀਕੂਲਰ ਪੁਆਇੰਟ ਹੈ ਦੈਟ ਇਜ਼ ਨੋਨ ਐਜ਼ ਆ ਸਰਟਨ ਲੈਵਲ। 9 ਵਜੇ ਮੇਰੇ ਕੋਲ ਇਹ ਵਾਲਾ ਟੈਂਪਰੇਚਰ ਹੈ ਔਰ 10 ਵਜੇ ਮੇਰੇ ਕੋਲ ਇਹ ਵਾਲਾ ਟੈਂਪਰੇਚਰ ਹੈ। ਜਦੋਂ ਆਪਾਂ ਡਿਸਕ੍ਰੀਟ ਟਾਈਮ ਸਿਗਨਲ ਦੀ ਗੱਲ ਕਰਾਂਗੇ, ਇਨ ਬਿਟਵੀਨ ਸਾਨੂੰ ਕੋਈ ਵੀ ਟੈਂਪਰੇਚਰ ਨਹੀਂ ਮਿਲੇਗਾ, ਕਿਉਂਕਿ ਆਪਾਂ ਇਸ ਪੁਆਇੰਟ ਦੀ ਗੱਲ ਕਰ ਰਹੇ ਹਾਂ ਜਾਂ ਆਪਾਂ ਇਸ ਪੁਆਇੰਟ ਇਨ ਬਿਟਵੀਨ ਕੀ ਟੈਂਪਰੇਚਰ ਹੈ, ਡੈਟ ਮੀਨਸ ਸੇਮ ਡੇ ਦੇ ਉੱਪਰ 9:15 ਤੇ 9:20 ਤੇ 9:30 ਵਜੇ 9:45 ਵਜੇ ਕੀ ਟੈਂਪਰੇਚਰ ਸੀ ਉਹ ਸਾਨੂੰ ਵੈਲਿਊ ਅਸੈਸਿਬਲ ਨਹੀਂ ਹੋਏਗੀ। ਉਹਨੂੰ ਕੀ ਕਹਾਂਗੇ ਆਪਾਂ ਡਿਸਕ੍ਰੀਟ ਟਾਈਮ ਸਿਗਨਲ। ਤੋ ਦੈਨ ਉਹ ਕੀ ਹੋਏਗਾ, ਆਪਣੇ ਕੋਲ ਐਨਾਲੌਗ ਸਿਗਨਲ ਨਹੀਂ ਹੋਏਗਾ। ਜਿੱਥੇ ਕੰਟੀਨਿਊਟੀ ਨਹੀਂ ਹੋਏਗੀ ਸਿਗਨਲ ਦੀ ਉਹ ਆਪਣੇ ਕੋਲ ਐਨਾਲੌਗ ਸਿਗਨਲ ਨਹੀਂ ਹੋਏਗਾ। ਸਾਨੂੰ ਇੱਕ ਪਰਟੀਕੂਲਰ ਟਾਈਮ ਦੇ ਉੱਪਰ ਹੀ ਪਰਟੀਕੂਲਰ ਸਰਟਨ ਲੈਵਲ ਦੇ ਉੱਪਰ ਸਾਨੂੰ ਆਪਾਂ
ਵੈਲਿਊ ਦੇਗਾ, ਨਾ ਕਿ ਉਹ ਇਨ ਬਿਟਵੀਨ ਜਿਹੜੀਆਂ ਵੈਲਿਊਜ਼ ਆ ਉਹ ਦੇਗਾ। ਕਲੀਅਰ। ਸੋ ਇਹਦੇ ਵਿੱਚ ਫਸਟ ਡੇਜ਼ ਇਸ ਸ਼ਡਿਊਲ ਦੇ ਵਿੱਚ ਸਾਡੇ ਕੋਲ ਟਾਈਮ ਅਵੇਲੇਬਲ ਨਹੀਂ ਹੋਏਗਾ। ਕਲੀਅਰ। ਸੋ ਦੇਖੋ ਅਗਰ ਆਹ ਚੀਜ਼ ਨੂੰ ਧਿਆਨ ਨਾਲ ਦੇਖੋ ਗ੍ਰਾਫ ਨੂੰ, ਸੋ ਦੇਖੋ ਆਹ ਸਿਗਨਲ ਜਿਹੜਾ ਹੈ ਇੱਥੇ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਪਈ ਆ, ਇਸ ਜਗ੍ਹਾ ਤੇ ਇਨਫੋਰਮੇਸ਼ਨ ਮਿਲਦੀ ਪਈ, ਇਸ ਜਗ੍ਹਾ ਤੇ ਇਨਫੋਰਮੇਸ਼ਨ, ਲੇਕਿਨ ਇਨ ਬਿਟਵੀਨ ਆਪਣੇ ਕੋਲ ਕੀ ਆ, ਇਸ ਜਗ੍ਹਾ ਤੇ ਕੋਈ ਵੀ ਇਨਫੋਰਮੇਸ਼ਨ ਨਹੀਂ ਮਿਲ ਰਹੀ ਹੈ। ਇੱਥੇ ਸਿਗਨਲ ਕੀ ਹੋ ਗਿਆ, ਡਿਸਕੰਟੀਨਿਊਸ ਹੋ ਗਿਆ, ਇੱਥੇ ਡਿਸਕੰਟੀਨਿਊਸ ਹੋ ਗਿਆ, ਇੱਥੇ ਵੀ ਕੀ ਹੋ ਗਿਆ, ਡਿਸਕੰਟੀਨਿਊਸ ਹੋ ਗਿਆ। ਬਟ ਐਨਾਲੌਗ ਸਿਗਨਲ ਕੀ ਕਹਿ ਰਿਹਾ, ਇਟ ਸ਼ੁੱਡ ਬੀ ਆ ਕੰਟੀਨਿਊਸ ਸਿਗਨਲ ਹੋਏਗਾ। ਡੈਟ ਮੀਨਸ ਐਵਰੀ ਪੋਸੀਬਲ ਵੈਲਿਊਜ਼ ਬਿਟਵੀਨ ਅ ਗਿਵਨ ਰੇਂਜ ਹੋਏਗੀ। ਸੋ ਦਿਸ ਇਜ਼ ਨੋਨ ਐਜ਼ ਡਿਸਕੰਟੀਨਿਊਸ। ਠੀਕ ਹੈ। ਸੋ ਡੈਟਸ ਵਾਈ ਕੀ ਕਹਿ ਰਹੇ हैं कि ਜਿਹੜਾ ਐਨਾਲੌਗ ਸਿਗਨਲ ਹੈ, ਸੋ ਡੈਫੀਨੇਸ਼ਨ ਹੀ ਕਹਿ ਰਹੀ ਹੈ ਕਿ ਐਨਾਲੌਗ ਸਿਗਨਲ ਆਰ ਆ ਕੰਟੀਨਿਊਸ ਸਿਗਨਲ ਐਂਡ ਕੈਨ ਹੈਵ ਅ ਵੈਲਿਊ ਇਨ ਅ ਲਿਮਿਟਿਡ ਰੇਂਜ। ਉਹ ਨਾ ਕੋਈ ਆਪਣੇ ਕੋਲ ਇੱਕ ਰੇਂਜ ਹੋਏਗੀ, ਜਿੱਦਾਂ ਕਿ ਇੱਥੇ ਆਪਾਂ ਰੇਂਜ ਦੇਤੀ ਹੈ 0 ਲੈ ਕੇ 50, ਜਾਂ ਆਪਾਂ ਲੈਤਾ 9 ਤੋਂ ਲੈ ਕੇ 12, ਜਾਂ ਆਪਾਂ ਇੱਥੇ ਰੇਂਜ ਦੇਤੀ 0 to 50। ਟੈਂਪਰੇਚਰ ਆਪਾਂ ਕਿੱਥੇ ਐਗਜ਼ਾਮਪਲ ਲੈ ਰਹੇ ਹਾਂ, ਇੱਕ ਵੈਲਿਊ ਹੈ ਔਰ ਇਹਦੇ ਵਿੱਚ ਆਪਾਂ ਕੋਈ ਵੀ ਜਿਹੜੀ ਵੈਲਿਊ ਸਰਚ ਕਰ ਸਕਦੇ ਹਾਂ। ਇੱਥੇ ਟੈਂਪਰੇਚਰ ਕਿੰਨਾ ਹੈ ਇਸ ਟਾਈਮ ਤੇ, ਇੱਥੇ ਟੈਂਪਰੇਚਰ ਕਿੰਨਾ ਹੈ 10 ਤੋਂ ਬਾਅਦ 11 12 ਡਿਗਰੀ ਸੈਲਸੀਅਸ 13 ਡਿਗਰੀ ਸੈਲਸੀਅਸ, ਕੋਈ ਵੀ ਵੈਲਿਊ ਲੈ ਸਕਦੇ ਹਾਂ। ਦੈਟ ਇਜ਼ ਨੋਨ ਐਜ਼ ਅ ਕੰਟੀਨਿਊਸ ਵੇਵ ਫਾਰਮ ਬਣਾਏਗਾ। ਅਗਰ ਕੰਟੀਨਿਊਸ ਵੇਵ ਫਾਰਮ ਬਣ ਰਹੀ ਹੈ ਦੈਟ ਇਜ਼ ਨੋਨ ਐਜ਼ ਅ ਐਨਾਲੌਗ ਸਿਗਨਲ। ਅਗਰ ਆਪਾਂ ਡਿਸਕ੍ਰੀਟ ਲੈਵਲ ਦੀ ਗੱਲ ਕਰਾਂਗੇ, ਦੇਖੋ ਆ ਜਗ੍ਹਾ ਦੇ ਉੱਪਰ ਕੀ ਹੋ ਗਿਆ, ਸਿਗਨਲ ਆਪਣੇ ਕੋਲ ਕੀ ਹੈ, ਡਿਸਕੰਟੀਨਿਊਸ ਹੋ ਗਿਆ। ਇਸ ਜਗ੍ਹਾ ਦੇ ਉੱਪਰ ਕੀ ਇਨਫੋਰਮੇਸ਼ਨ ਹੈ ਉਹਨੂੰ ਆਪਾਂ ਅਸੈਸ ਨਹੀਂ ਕਰ ਸਕਦੇ, ਜਸਟ ਇਹਨਾਂ ਪੁਆਇੰਟਾਂ ਤੇ ਆਪਾਂ ਇਨਫੋਰਮੇਸ਼ਨ ਅਸੈਸ ਕਰ ਸਕਦੇ। ਸੋ ਡੈਟਸ ਵਾਈ ਜਿਹੜਾ ਇਹ ਸਿਗਨਲ ਹੋਏਗਾ ਦੈਟ ਇਜ਼ ਨਾਟ ਅ ਐਨਾਲੌਗ ਸਿਗਨਲ। ਕਲੀਅਰ। ਸੋ ਨੈਕਸਟ ਐਗਜ਼ਾਮਪਲ ਕੀ ਹੈ ਐਨਾਲੌਗ ਸਿਗਨਲ ਦੀ। ਸੋ ਐਨਾਲੌਗ ਸਿਗਨਲ ਐਕਸਪੀਰੀਅੰਸ ਹੈ ਕੰਟੀਨਿਊਸ ਵੇਰੀਏਸ਼ਨ ਆਫ ਐਂਪਲੀਟਿਊਡ ਓਵਰ ਟਾਈਮ। ਐਂਪਲੀਟਿਊਡ ਦਾ ਮਤਲਬ ਹੈ ਕਿ ਜਿਹੜੀ ਆਹ ਚੀਜ਼ ਹੈ ਨਜ਼ਰ ਆ ਰਹੀ ਤੁਹਾਨੂੰ, ਦਿਸ ਇਜ਼ ਨੋਨ ਐਜ਼ ਐਂਪਲੀਟਿਊਡ। ਦਿਸ ਵਨ ਇੱਥੇ ਐਂਪਲੀਟਿਊਡ ਦੀ ਵੈਲਿਊ ਹੈ, ਇੱਥੇ ਹਰ ਜਗ੍ਹਾ ਵੈਲਿਊ ਚੇਂਜ ਹੋ ਰਹੀ ਹੈ, ਇੱਥੇ ਕੁਝ ਹੋਰ ਵੈਲਿਊ ਆ ਰਹੀ ਹੈ, ਇੱਥੇ ਕੁਝ ਹੋਰ। ਦਿਸ ਇਜ਼ ਦਾ ਹਾਈਐਸਟ ਐਂਪਲੀਟਿਊਡ। ਦੇਖੋ ਆ ਦੀਜ਼ ਆਰ ਵੈਲਿਊਜ਼। ਠੀਕ ਹੈ। ਸੋ ਕਹਿ ਰਿਹਾ ਐਨਾਲੌਗ ਸਿਗਨਲ ਦੇ ਵਿੱਚ ਕੀ ਹੋਏਗਾ, ਜਿਹੜਾ ਐਂਪਲੀਟਿਊਡ ਹੈ ਉਹ ਕੰਟੀਨਿਊਸਲੀ ਕੀ ਹੋਏਗਾ, ਵੇਰੀ ਕਰੇਗਾ ਵਿਦ ਰਿਸਪੈਕਟ ਟੂ ਟਾਈਮ। ਉਹ ਫਿਕਸ ਨਹੀਂ ਰਹੇਗਾ। ਠੀਕ ਹੈ। ਟਾਈਮ ਦੇ ਨਾਲ ਇਸ ਟਾਈਮ ਤੇ ਆਪਣੇ ਕੋਲ ਆਹ ਵੈਲਿਊ ਹੈ, ਇਸ ਟਾਈਮ ਦੇ ਉੱਪਰ ਆਪਣੇ ਕੋਲ ਆਹ ਵੈਲਿਊ ਹੋ ਗਈ, ਇਸ ਟਾਈਮ ਦੇ ਉੱਪਰ ਆਪਣੇ ਕੋਲ ਇਹ ਵੈਲਿਊ ਹੋ ਗਈ। ਦਿਸ ਇਜ਼ ਦਾ ਮੈਕਸਿਮਮ ਵੈਲਿਊ ਆਪਣੇ ਕੋਲ ਇਸ ਟਾਈਮ ਦੇ ਉੱਪਰ ਹੋ ਗਈ। ਸੋ ਇਟ ਐਕਸਪੀਰੀਅੰਸ ਹੈ ਕੰਟੀਨਿਊਸ ਵੇਰੀਏਸ਼ਨ ਔਰ ਵੇਰੀਐਂਸ ਆਫ ਐਂਪਲੀਟਿਊਡ ਓਵਰ ਅ ਟਾਈਮ। ਦਿਸ ਇਜ਼ ਨੋਨ ਐਜ਼ ਐਂਪਲੀਟਿਊਡ। ਆਪਾਂ ਹੁਣੇ ਡਿਸਕਸ ਕਰਾਂਗੇ ਕਿ ਜੋ ਕਰੈਕਟਰਿਸਟਿਕ ਦੇਖਾਂਗੇ ਇਹਦੇ ਐਂਪਲੀਟਿਊਡ ਕੀ ਹੁੰਦਾ। ਵੈਨ ਐਨ ਇੰਡੀਵਿਜੂਅਲ ਸਪੀਕ ਇਨਟੂ ਅ ਟੈਲੀਫੋਨ, for example, the physical and mechanical oscillation of the air, high or low air pressure, are transformed into an electrical signal with similar waveform characteristics. So अगर देखो ध्यान ਨਾਲ देखो, एक एग्जांपल है, कहता कि जो भी कोई भी बंदा अपने को टैलीफोन के ऊपर गल कर रहा है, इंडिविजुअल इन कम्युनिकेशन सिस्टम की करेगा, the physical mechanical oscillation of the air are transformed into a electrical signal। ਜਦੋਂ ਉਹ ਬੋਲੇਗਾ ਇਸ ਤਰੀਕੇ ਨਾਲ ਫਿਜ਼ੀਕਲ ਔਰ ਮਕੈਨੀਕਲ ਔਸੀਲੇਸ਼ਨਸ ਹੈ ਇਸ ਤਰੀਕੇ ਨਾਲ ਕੀ ਹੋਣਗੀਆਂ, ਉਹ ਪ੍ਰੋਡਿਊਸ ਹੋਣਗੀਆਂ। ਦਿਸ ਇਜ਼ ਨੋਨ ਐਜ਼ ਅ ਫਿਜ਼ੀਕਲ ਔਰ ਅ ਮਕੈਨੀਕਲ ਔਸੀਲੇਸ਼ਨ। ਕਿਹਦੇ ਵਿੱਚ, ਏਅਰ ਦੇ ਵਿੱਚ। ਹਾਈ ਪ੍ਰੈਸ਼ਰ ਦੇਖੋ ਤੇ ਹਾਈ ਪ੍ਰੈਸ਼ਰ ਹੈ, ਇੱਥੇ ਲੋ ਪ੍ਰੈਸ਼ਰ ਹੈ, ਹਾਈ ਪ੍ਰੈਸ਼ਰ ਹੈ, ਕਿਉਂਕਿ ਜਦੋਂ ਆਪਾਂ ਬੋਲਦੇ ਹਾਂ ਸੇਮ ਫ੍ਰੀਕੁਐਂਸੀ ਨਹੀਂ ਬੋਲਦੇ, ਆਪਣੀ ਫ੍ਰੀਕੁਐਂਸੀ ਅਪ ਐਂਡ ਡਾਊਨ ਹੋ ਰਹੀ ਹੈ। ਉਹਦੇ ਪ੍ਰੈਸ਼ਰ ਕਦੀ ਵੱਧ ਰਿਹਾ, ਕਦੀ ਆਪਣੇ ਕੋਲ ਕੀ ਹੈ, ਘਟ ਰਿਹਾ। ਆਰ ਟਰਾਂਸਫਾਰਮਡ ਇਨਟੂ ਅ ਇਲੈਕਟ੍ਰੀਕਲ ਸਿਗਨਲ। ਸੋ ਜਿਹੜਾ ਆਪਣੇ ਕੋਲ ਮੋਬਾਈਲ ਫੋਨ ਲੱਗਿਆ ਹੋਗਾ, ਸੋ ਆਪਣੇ ਕੋਲ ਇਹ ਮੰਨ ਲਓ ਕਿ ਇਹ ਵੇਵ ਫਾਰਮ ਆਪਾਂ ਇਹ ਵਾਲੀ ਕੀ ਹੈ, ਸੈਂਡ ਕੀਤੀ ਹੈ। ਦੈਟ ਇਜ਼ ਨੋਨ ਐਜ਼ ਅ ਔਸੀਲੇਸ਼ਨ। ਦਿਸ ਵਨ ਲਾਈਕ ਦਿਸ। ਇਹ ਟੈਲੀਫੋਨ ਤੇ ਆਪਣੇ ਕੋਲ ਕੀ ਹੈ, ਸਪੀਕ ਕਰ ਰਿਹਾ ਔਨ ਦਾ ਟੈਲੀਫੋਨ। ਸੋ ਕੀ ਕਰੇਗਾ, ਜਦੋਂ ਇਹ ਬੋਲੇਗਾ ਏਅਰ ਦੇ ਵਿੱਚ ਕੀ ਹੋਏਗਾ ਆਪਣੇ ਕੋਲ, ਦਿਸ ਵਨ ਹਾਈ ਐਂਡ ਲੋ ਏਅਰ ਪ੍ਰੈਸ਼ਰ ਹੋਏਗਾ। ਦੀਜ਼ ਆਰ ਦਾ ਯੂ ਕੈਨ ਸੇ ਆ ਮੋਲੀਕਿਊਲਸ ਹੈ ਏਅਰ ਦੇ ਵਿੱਚ। ਜਦੋਂ ਉਹਦੇ ਵਿੱਚ ਸਿਗਨਲ ਐਂਟਰ ਕਰਦਾ ਹੈ ਇਹਦੇ ਵਿੱਚ, ਇਹ ਜਿਹੜੇ ਮੋਲੀਕਿਊਲਸ ਹੈ ਦੇ ਸਟਾਰਟ ਮੂਵਿੰਗ, ਉਹ ਮੂਵ ਕਰਨਾ ਸ਼ੁਰੂ ਕਰ ਦਿੰਦੇ ਆ। ਔਰ ਜਦੋਂ ਨੈਕਸਟ ਆਪਣੇ ਕੋਲ ਟੈਲੀਫੋਨ ਲੱਗਿਆ, ਜਿਹੜਾ ਆਪਣੇ ਕੋਲ ਇਹ ਰਿਸੀਵਰ ਹੈ, ਉਹਨੂੰ ਕੀ ਕਹਿੰਦੇ ਆਪਾਂ, ਟਰਾਂਸਡਿਊਸਰ ਕਹਿੰਦੇ ਆ। ਦ ਟੈਲੀਫੋਨ ਸੈਟ ਐਕਟ ਐਜ਼ ਅ ਟਰਾਂਸਡਿਊਸਰ। ਟਰਾਂਸਡਿਊਸਰ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਇੱਕ એનર્ਜੀ ਨੂੰ ਦੂਸਰੀ એનર્ਜੀ ਵਿੱਚ ਕੀ ਕਰਦਾ ਹੈ, ਕਨਵਰਟ ਕਰਦਾ ਹੈ। ਇੱਥੇ ਹੀ ਕਰ ਰਿਹਾ ਉਹ ਸਾਊਂਡ એનર્ਜੀ ਨੂੰ ਕੀ ਕਰ ਰਿਹਾ, ਉਹ ਇਲੈਕਟ੍ਰੀਕਲ એનર્ਜੀ ਵਿੱਚ ਕੀ ਕਰ ਰਿਹਾ, ਕਨਵਰਟ ਕਰ ਰਿਹਾ। ਸੋ ਜਿਹੜਾ ਟੈਲੀਫੋਨ ਸਿਸਟਮ ਹੈ, ਦੇ ਵਿਲ ਐਕਟ ਐਜ਼ ਅ ਟਰਾਂਸਡਿਊਸਰ। ਜੋ ਅਸੀਂ ਬੋਲ ਰਹੇ ਹਾਂ ਦੈਟ ਇਜ਼ ਅ ਸਾਊਂਡ એનર્ਜੀ, ਔਰ ਇਹਦੇ ਵਿੱਚ ਆਪਣੇ ਕੋਲ ਟਰਾਂਸਡਿਊਸਰਸ ਲੱਗਿਆ ਹੋਇਆ, ਜੋ ਸਾਡੀ ਆਪਾਂ ਬੋਲ ਰਹੇ ਹਾਂ ਉਹਨੂੰ ਕੀ ਆ, ਉਹ ਇਲੈਕਟ੍ਰੀਕਲ એનર્ਜੀ ਦੇ ਵਿੱਚ ਕੀ ਕਰ ਦਿੰਦਾ, ਉਹਨੂੰ ਕਨਵਰਟ ਕਰ ਦਿੰਦਾ। ਜਦੋਂ ਇਹ ਸਿਗਨਲ ਜਿਹੜਾ ਹੈ ਸਾਊਂਡ ਵਾਈਬ੍ਰੇਟਸ ਜਿਹੜਾ ਹੈ ਡਾਇਫਰਾਮ, ਦਿਸ ਇਜ਼ ਅ ਡਾਇਫਰਾਮ। ਡਾਇਫਰਾਮ ਜਿਹੜਾ ਹੈ ਜਦੋਂ ਇਹ ਇਹਦੇ ਤੇ ਟੱਚ ਕਰੇਗਾ, ਠੀਕ ਹੈ, ਜਿਹੜੀ ਇਹ ਕੋਇਲਸ ਹੈ ਇਹ ਮੂਵ ਕਰਨਗੀਆਂ, ਠੀਕ ਹੈ, ਔਰ ਇਹ 'ਚ ਕਰੰਟ ਪ੍ਰੋਡਿਊਸ ਹੋਏਗਾ। ਔਰ ਇਹ ਜਿਹੜਾ ਕਰੰਟ ਪ੍ਰੋਡਿਊਸ ਹੋ ਕੇ ਨੈਕਸਟ ਸਾਡੇ ਟੈਲੀਫੋਨ ਦੇ ਅੱਗੇ ਵਾਇਰ ਲੱਗਿਆ ਹੈ, ਉਹ ਵਾਇਰ ਦੇ ਉੱਪਰ ਕੀ ਹੋਏਗਾ, ਉਹ ਜਿਹੜਾ ਕਰੰਟ ਹੈ ਮੂਵ ਕਰਨਾ ਸ਼ੁਰੂ ਕਰ ਦੇਗਾ। ਔਰ ਦੇਖੋ ਧਿਆਨ ਨਾਲ ਕਿਹਾ, ਹੈਵਿੰਗ ਅ
ਸਿਮਿਲਰ ਵੇਵ ਫਾਰਮ ਕਰੈਕਟਰਿਸਟਿਕਸ। ਦੈਟ ਮੀਨਸ ਜੋ ਵੇਵ ਫਾਰਮ ਆਪਾਂ ਇਹਦੇ ਸੈਂਡ ਕਰ ਰਹੇ ਸੀਗੇ ਉਹੀ ਆਪਾਂ ਨੂੰ ਕੀ ਆ ਬਾਹਰ ਇਹ ਸੈਂਡ ਕਰੇਗਾ, ਇਹਦੇ ਵਿੱਚ ਕੋਈ ਵੀ ਚੇਂਜ ਨਹੀਂ। ਅਗਰ ਇਹਦੇ ਚੇਂਜ ਆ ਜਾਂਦਾ ਡੈਟ ਮੀਨਸ ਤੁਹਾਡੀ ਇਨਫੋਰਮੇਸ਼ਨ ਕੀ ਆ ਰਹੀ ਆ, ਚੇਂਜ ਆ ਰਹੀ ਆ। ਸੋ ਹਿਊਮਨ ਜਿਹੜੀ ਵੋਇਸ ਹੈ ਇਜ਼ ਐਨ ਐਗਜ਼ਾਮਪਲ ਆਫ ਆ ਐਨਾਲੌਗ ਸਿਗਨਲ। ਦੈਟ ਇਜ਼ ਆ ਜੋ ਵੀ ਗੱਲ ਕਰ ਰਹੇ ਹੋ ਫਿਜ਼ੀਕਲ ਔਰ ਮਕੈਨੀਕਲ ਆਸੀਲੇਸ਼ਨ ਦੇ ਵਿੱਚ ਉਹ ਜਿਹੜੀ ਚੀਜ਼ ਕਨਵਰਟ ਹੋ ਰਹੀ ਹੈ ਉਹ ਟਰਾਂਸਫਰ ਹੋ ਰਹੀ ਇਨਟੂ ਅ ਇਲੈਕਟ੍ਰੀਕਲ ਸਿਗਨਲ ਵਿਦ ਦ ਹੈਲਪ ਆਫ ਅ ਟਰਾਂਸਡਿਊਸਰ। ਟਰਾਂਸਡਿਊਸਰ ਕੀ ਕਰਦੇ ਆ, ਸਾਊਂਡ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਵਿੱਚ ਕੀ ਕਰ ਦਿੰਦੇ ਆ, ਕਨਵਰਟ ਕਰ ਦਿੰਦੇ ਆ। ਔਰ ਉਸ ਤੋਂ ਬਾਅਦ ਫਰਦਰ ਫੋਨ ਸੈੱਟ ਤੋਂ ਆਪਣੇ ਕੋਲ ਵਾਇਰ ਲੱਗੀਆਂ ਹੋਈਆਂ ਔਰ ਵਾਇਰ ਦੇ ਥਰੂ ਜਿਹੜੀ ਕਰੰਟ ਹੈ ਉਹ ਨੈਕਸਟ ਸਿਸਟਮ ਦੇ ਉੱਪਰ ਪਹੁੰਚਦਾ ਹੈ। ਜਦੋਂ ਨੈਕਸਟ ਸਿਸਟਮ ਦੇ ਉੱਪਰ ਪਹੁੰਚਦਾ ਹੈ ਅਗੇਨ ਇਹ ਇਲੈਕਟ੍ਰੀਕਲ એનર્ਜੀ ਨੂੰ ਕਿਹਦੇ ਵਿੱਚ ਕਨਵਰਟ ਕਰ ਦਿੰਦਾ ਹੈ, ਸਾਊਂਡ એનર્ਜੀ ਵਿੱਚ ਕਨਵਰਟ ਕਰ ਦਿੰਦਾ ਹੈ। ਜੇ ਇੱਧਰੋਂ ਕੋਈ ਹੈਲੋ ਬੋਲ ਰਿਹਾ ਹੈ ਹੈਲੋ ਇਲੈਕਟ੍ਰੀਕਲ ਕਨਵਰਟ ਹੋਏਗਾ, ਉਧਰ ਜਾ ਕੇ ਅਗਰ ਕੋਈ ਉਹ ਰਿਸੀਵਰ ਹੈ ਉਹ ਜਿਹੜੀ ਇਲੈਕਟ੍ਰੀਕਲ એનર્ਜੀ ਹੈ ਦੁਆਰਾ ਕਿ ਸਾਊਂਡ એનર્ਜੀ ਵਿੱਚ ਕੀ ਹੋ ਜਾਏਗੀ, ਕਨਵਰਟ ਹੋ ਜਾਏਗੀ। ਉਹ ਕੌਣ ਕਰ ਰਿਹਾ ਹੈ, ਟਰਾਂਸਡਿਊਸਰ ਕਰ ਰਿਹਾ। Clear? So example of analog data is a human voice. When somebody speak, a continuous wave is created in the air. This can be captured by the microphone and converted to the analog signal. ਹੁਣ ਜਿਹੜਾ ਮੈਂ ਇਹ ਤੁਹਾਡਾ ਲੈਕਚਰ ਡਿਸਕਸ ਕਰ ਰਿਹਾ ਹਾਂ ਇੱਥੇ ਮੈਂ ਮਾਈਕਰੋਫੋਨ ਲਗਾਏ ਹੋਏ ਆ, ਜੋ ਵੀ ਮੈਂ ਚੀਜ਼ ਬੋਲ ਰਿਹਾ ਸਾਊਂਡ ਵੇਵ ਆ ਰਹੀ ਹੈ ਉਹ ਕਨਵਰਟ ਕਿਹਦੇ ਵਿੱਚ ਹੋ ਰਹੀ ਹੈ, ਐਨਾਲੌਗ ਸਿਗਨਲ ਦੇ ਵਿੱਚ ਕਨਵਰਟ ਹੋ ਰਹੀ ਹੈ। ਔਰ ਇਹ ਇਲੈਕਟ੍ਰੀਕਲ ਸਿਗਨਲ ਥਰੂ ਆ ਵਾਇਰ ਕੀ ਹੈ ਤੁਹਾਡੇ ਕੋਲ ਪਹੁੰਚ ਰਿਹਾ ਹੈ ਔਰ ਤੁਹਾਡੇ ਕੋਲ ਪਹੁੰਚਣ ਤੋਂ ਬਾਅਦ ਦੁਬਾਰਾ ਇਹ ਜਿਹੜਾ ਸਿਗਨਲ ਹੈ ਇਹ ਸਾਊਂਡ ਵਿੱਚ ਕੀ ਹੋ ਰਿਹਾ ਹੈ, ਕਨਵਰਟ ਹੋ ਰਿਹਾ। ਜਿੱਦਾਂ ਜਦੋਂ ਵੀ ਆਪਾਂ ਕੋਈ ਵੀ ਬੋਲਦੇ ਹਾਂ ਇਸ ਤਰੀਕੇ ਨਾਲ ਫਿਜ਼ੀਕਲ ਔਰ ਮਕੈਨੀਕਲ ਆਸੀਲੇਸ਼ਨ ਜਿਹੜੇ ਵੇਵਸ ਆ ਉਹ ਪ੍ਰੋਡਿਊਸ ਹੁੰਦੀਆਂ ਹੈ, ਡਿਵਾਈਸ ਨੂੰ ਡਿਟੈਕਟ ਕਰਦਾ ਹੈ ਔਰ ਉਹਨੂੰ ਇਲੈਕਟ੍ਰੀਕਲ એનર્ਜੀ ਵਿੱਚ ਕੀ ਕਰਦਾ ਹੈ, ਕਨਵਰਟ ਕਰਦਾ ਹੈ। ਨੈਕਸਟ ਹੈ ਜੀ ਪ੍ਰੋਬਲਮ ਜਿਹੜੀਆਂ ਹੈ ਐਨਾਲੌਗ ਸਿਗਨਲ ਦੇ ਵਿੱਚ ਕਿਹੜੀਆਂ ਕਿਹੜੀਆਂ ਜਿਹੜੀ ਪ੍ਰੋਬਲਮ ਹੈ ਐਨਾਲੌਗ ਸਿਗਨਲ ਵਿੱਚ ਆ ਸਕਦੀਆਂ ਹੈ। ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਹੈ ਐਨਾਲੌਗ ਸਿਗਨਲ ਦੇ ਵਿੱਚ ਹੈ ਜਦੋਂ ਉਹ ਡਾਟਾ ਟਰਾਂਸਮਿਟ ਹੋ ਰਿਹਾ ਹੈ ਅਕਰੋਸ ਦਾ ਚੈਨਲ। ਬਟ ਬੇਸਿਕਲੀ ਨੋਇਸ ਐਂਡ ਸਿਗਨਲ ਡਿਗਰੇਡੇਸ਼ਨ ਹੈ, ਇਹ ਦੋ ਬੇਸਿਕ ਪ੍ਰੋਬਲਮ ਜਿਹੜੀਆਂ ਐਨਾਲੌਗ ਸਿਗਨਲ ਦੇ ਵਿੱਚ ਹੈ। ਨੋਇਸ ਦਾ ਮਤਲਬ ਅਨਵਾਂਟਿਡ ਸਿਗਨਲ, ਕੋਈ ਵੀ ਤੁਸੀਂ ਕੋਈ ਵੀ ਡਾਟਾ ਸੈਂਡ ਕਰ ਰਹੇ ਹੋ ਉਹਦੇ ਵਿੱਚ ਕੋਈ ਅਨਵਾਂਟਿਡ ਸਿਗਨਲ ਐਡ ਹੋ ਜਾਂਦਾ ਹੈ, ਉਹਨੂੰ ਕੀ ਕਹਿੰਦੇ ਆਪਾਂ ਨੋਇਸ ਐਡ ਕਰਦੇ ਹਾਂ। ਉਹ ਜਦੋਂ ਸਿਗਨਲ ਤੁਸੀਂ ਸੈਂਡ ਕਰਦੇ ਹੋ ਉਹ ਰਿਸੀਵਰ ਦੇ ਨਾਲ ਥਰੂ ਆ ਚੈਨਲ ਕੀ ਹੈ ਤੁਹਾਡੇ ਰਿਸੀਵਰ ਐਂਡ 'ਤੇ ਪਹੁੰਚਦਾ ਹੈ। ਔਰ ਸਮ ਟਾਈਮ ਤੁਸੀਂ ਦੇਖਿਆ ਹੋਣਾ ਜਦੋਂ ਫੋਨ ਦੇ ਵਿੱਚ ਗੱਲ ਕਰ ਰਹੇ ਹੋ ਆਵਾਜ਼ ਤਾਂ ਆ ਰਹੀ ਹੁੰਦੀ ਨਾਲ ਛਾਂ ਦੀ ਹਿਸ਼ ਦੀ ਆਵਾਜ਼ ਵੀ ਆਉਂਦੀ ਹੈ ਕਿਉਂਕਿ ਉਹ ਕੀ ਹੁੰਦਾ ਨੋਇਸ ਸਿਗਨਲ ਉਹਦੇ ਵਿੱਚ ਐਡ ਹੋ ਗਿਆ। ਕਈ ਕਾਰਨ ਹੋ ਸਕਦੇ ਆ ਨੋਇਸ ਸਿਗਨਲ ਵਿੱਚ ਐਡ ਹੁੰਦੇ। ਸਿਗਨਲ ਡਿਗਰੇਡੇਸ਼ਨ ਦਾ ਮਤਲਬ ਕਿ ਸਿਗਨਲ ਹੌਲੀ ਹੌਲੀ ਕੀ ਹੋ ਜਾਂਦਾ, ਡਾਊਨ ਹੋ ਜਾਂਦਾ ਹੈ, ਉਹਦੀ એનર્ਜੀ ਸਟਰੈਂਥ ਕੀ ਹੈ, ਲੋ ਹੋ ਜਾਂਦੀ ਹੈ। ਜਦੋਂ ਸਟਰੈਂਥ ਲੋ ਹੋ ਜਾਏਗੀ ਦੈਟ ਮੀਨਸ ਉਹਦਾ ਸਿਗਨਲ ਦੀ ਮੀਨਿੰਗ ਕੀ ਹੋ ਸਕਦਾ, ਚੇਂਜ ਹੋ ਸਕਦਾ ਹੈ। ਸੋ ਪਹਿਲਾਂ ਆਪਣੇ ਕੋਲ ਕੀ ਕਰ ਰਿਹਾ ਹੈ, ਨॉन ਲੀਨੀਅਰਟੀ ਦੈਟ ਇਜ਼ ਡਿਸਟੋਰਸ਼ਨ ਦਾ ਮਤਲਬ ਹੁੰਦਾ ਆਊਟ ਆਫ ਸ਼ੇਪ। ਦ ਸਿਗਨਲ ਇਜ਼ ਰਿਲੇਟ ਥਰੂ ਦ ਐਂਪਲੀਫਾਇਰ ਐਂਡ ਅਦਰ ਟਰਾਂਸਡਿਊਸਰਸ। The relaying function is designed to be as linear as possible. Linear means the waveform representing the signal maintaining its characteristics from one end to the other end. Signal relate to the amplifier means ਜਦੋਂ ਵੀ signal ਆਪਾਂ transfer ਕਰਦੇ ਹਾਂ like this is your original signal ਜਿਹੜਾ ਕਿ ਆਪਾਂ create ਕਰ ਰਹੇ ਹਾਂ ਉਹ ਜਦੋਂ ਉਹ transfer ਹੁੰਦਾ through the amplifiers ਹੁੰਦਾ or you can say a transducers। ਠੀਕ ਹੈ, ਔਰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਜੋ ਵੀ ਇਹ ਤੋਂ ਸਿਗਨਲ ਆਏ ਉਹਦੀ ਕੋਸ਼ਿਸ਼ ਹੁੰਦੀ ਕਿ ਇਹੀ ਓਰੀਜਨਲ ਸਿਗਨਲ ਹੀ ਇਹ ਪਾਸ ਆਨ ਕਰੇ। ਠੀਕ ਹੈ, ਸੋ ਲਿਖਿਆ ਹੋਇਆ ਇੱਥੇ ਦ ਰਿਲੇਇੰਗ ਫੰਕਸ਼ਨ ਰਿਲੇਇੰਗ ਟ੍ਰਾਂਸਫਰ ਫੰਕਸ਼ਨ ਇਜ਼ ਡਿਜ਼ਾਈਨ ਟੂ ਬੀ ਐਜ਼ ਲੀਨੀਅਰ ਐਜ਼ ਪੋਸੀਬਲ। ਲੀਨੀਅਰ ਮੀਨ ਜੋ ਚੀਜ਼ ਰਿਸੀਵ ਹੋਈ ਹੈ ਐਜ਼ ਇਟ ਇਜ਼ ਉਹਨੂੰ ਅੱਗੇਗਾ ਫਾਰਵਰਡ ਕਰ ਦੇਣਾ। ਲੀਨੀਅਰ ਮੀਨਸ ਦ ਵੇਵ ਫਾਰਮ ਰਿਪਰੈਜ਼ੈਂਟਿੰਗ ਦ ਸਿਗਨਲ ਮੇਨਟੇਨਿੰਗ ਇਟਸ ਕਰੈਕਟਰਿਸਟਿਕਸ ਫਰੋਮ ਵਨ ਐਂਡ ਟੂ ਦ ਅਦਰ। ਉਹਦੇ ਕਰੈਕਟਰਿਸਟਿਕਸ ਜਿਹੜੀ ਵੇਵ ਫਾਰਮ ਹੈ ਉਹ ਚੇਂਜ ਨਹੀਂ ਹੋਣੀ ਚਾਹੀਦੀ। A deviation from this linearity creates a distortion of the waveform। ਅਗਰ ਆਪਣੇ ਕੋਲ ਇਹ ਜਿਹੜੀ ਵੇਵ ਫਾਰਮ ਹੈ ਅਗਰ ਇਹ ਚੇਂਜ ਹੋ ਜਾਂਦੀ ਹੈ that is known as a distortion। that means ਤੁਸੀਂ ਦੇਖ ਸਕਦੇ ਹੋ ਇਹ ਸਿਗਨਲ ਜਿਹੜਾ ਹੈ ਮੇਰੇ ਕੋਲ ਦੇਖੋ ਇੱਥੇ ਆਪਣੇ ਕੋਲ ਸਿਗਨਲ ਇਹ ਵਾਲਾ ਸੀਗਾ ਅਪ ਸੀਗਾ, ਇੱਥੇ ਸਿਗਨਲ ਕੀ ਹੋ ਗਿਆ ਮੇਰੇ ਕੋਲ ਆਊਟ ਆਫ ਸ਼ੇਪ ਹੋ ਗਿਆ। ਇਹ ਸਿਗਨਲ ਕੁਝ ਹੋਰ ਆ ਰਿਹਾ, ਇਹ ਸਿਗਨਲ ਮੇਰੇ ਕੋਲ ਕੀ ਆ ਰਿਹਾ, ਹੋਰ ਆ ਰਿਹਾ। this is known as a distortion or you can say a non-linear। all analog signal exhibits some form of non-linearity। ਜਿੰਨੇ ਵੀ ਐਨਾਲੌਗ ਸਿਗਨਲ ਹੈ ਉਹਨਾਂ ਦੇ ਵਿੱਚ ਇਹ ਜਿਹੜੀ ਪ੍ਰੋਬਲਮ ਹੈ ਉਹ ਬੇਸਿਕਲੀ ਰਹਿੰਦੀ ਹੈ। ਜਿਹੜੀ ਇਹ ਪ੍ਰੋਬਲਮ ਹੈ ਬੇਸਿਕਲੀ ਜਿਹੜੇ ਆਪਾਂ ਐਂਪਲੀਫਾਇਰ ਲਗਾਏ ਹੁੰਦੇ ਆ ਉਹਨਾਂ ਕਰਕੇ ਆਉਂਦੀ ਹੈ ਕਿਉਂਕਿ ਅਗਰ ਗਲਤੀ ਨਾਲ ਜਿਹੜਾ ਇਹ ਸਿਗਨਲਸ ਹੈ ਇਹ ਐਂਪਲੀਫਾਇਰ ਦਾ ਮਤਲਬ ਉਹਨੂੰ ਐਂਪਲੀਫਾਈ ਕਰਨਾ, ਅਗਰ ਗਲਤੀ ਨਾਲ ਜ਼ਿਆਦਾ ਨੂੰ ਐਂਪਲੀਫਾਈ ਕਰ ਦਿੰਦਾ ਹੈ ਤਾਂ ਦੈਟ ਮੀਨ ਇਨਫੋਰਮੇਸ਼ਨ ਤੁਹਾਡੀ ਕੀ ਹੋ ਸਕਦੀ ਹੈ ਉਹ ਚੇਂਜ ਹੋ ਸਕਦੀ ਹੈ। ਸੋ ਟੋਟਲੀ ਉਹ ਇਹਦੀ
ਮੈਨੂਫੈਕਚਰਿੰਗ ਕੰਸਟਰਕਸ਼ਨ ਸਰਕਟ ਤੇ ਡਿਪੈਂਡ ਕਰਦਾ ਹੈ ਕਿ ਇਹਦਾ ਸਰਕਟ ਇਸ ਤਰੀਕੇ ਨਾਲ ਡਿਜ਼ਾਈਨ ਹੋਣਾ ਚਾਹੀਦਾ ਹੈ ਕਿ ਜੋ ਸਿਗਨਲ ਉਹ ਰਿਸੀਵ ਕਰੇ ਐਜ਼ ਇਟ ਇਜ਼ ਉਹ ਸਿਗਨਲ ਹੀ ਉਹ ਕੀ ਕਰੇ, ਉਹ ਸੈਂਡ ਕਰੇ। ਬਟ ਐਨਾਲੌਗ ਸਿਗਨਲ ਦੇ ਵਿੱਚ ਜਿਹੜੀ ਡਿਸਟੋਰਸ਼ਨ ਦੀ ਪ੍ਰੋਬਲਮ ਆਲਮੋਸਟ ਉਹ ਰਹਿੰਦੀ ਹੈ, ਜਿਹਨੂੰ ਕਿ ਆਪਾਂ ਡਿਸਟੋਰਸ਼ਨ ਵੀ ਕਹਿ ਸਕਦੇ ਹਾਂ ਔਰ ਯੂ ਕੈਨ ਸੇ ਆ ਨॉन। ਦਿਸ ਇਜ਼ ਡਿਊ ਟੂ ਦਾ ਐਂਪਲੀਫਾਇਰ ਔਰ ਯੂ ਕੈਨ ਸੇ ਟ੍ਰਾਂਸਡਿਊਸਰ ਲਿਖਿਆ ਹੋਇਆ। the signal is relate to that amplifier or the other transducer। ਇਹਨਾਂ ਕਰਕੇ ਹੀ ਆਪਣੇ ਕੋਲ ਜਿਹੜੀ ਇਹ ਵਾਲੀ ਪ੍ਰੋਬਲਮ ਆਉਂਦੀ ਹੈ, ਜਿਹੜਾ ਸੇਮ ਸਿਗਨਲ ਹੈ ਉਹਦੇ ਵਿੱਚ ਕੁਛ ਨਾ ਕੁਛ ਕੀ ਆ ਚੇਂਜ ਮਿਲਦਾ ਹੈ ਇਨ ਕੇਸ ਆਫ ਐਨਾਲੌਗ ਸਿਗਨਲ। ਸੈਕੰਡ ਇਜ਼ ਦਾ ਨੋਇਸ ਪ੍ਰੋਬਲਮ। ਨੋਇਸ ਸਿਗਨਲ ਦਾ ਮਤਲਬ ਇਹ ਹੁੰਦਾ ਹੈ ਕਿ ਅਨਵਾਂਟਿਡ ਸਿਗਨਲ। ਜਦੋਂ ਤੁਸੀਂ ਕੋਈ ਵੀ ਆਪਣਾ ਸਿਗਨਲ ਸੈਂਡ ਕਰਦੇ ਹੋ ਲਾਈਕ ਦਿਸ, ਕੀ ਹੋ ਰਿਹਾ, ਦਿਸ ਇਜ਼ ਯੂਰ ਓਰੀਜਨਲ ਸਿਗਨਲ। ਐਨ ਇਲੈਕਟ੍ਰੀਕਲ ਸਿਗਨਲ ਇਜ਼ ਕੰਪੋਜ਼ਡ ਆਫ ਨਾਨ ਰੈਂਡਮ ਮੂਵਮੈਂਟ ਆਫ ਇਲੈਕਟ੍ਰੋਨ। ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕੀ ਹੁੰਦਾ ਹੈ, ਬੇਸਿਕਲੀ ਉਹਦੇ ਵਿੱਚ ਇਲੈਕਟ੍ਰੋਨਸ ਹੁੰਦੇ ਆ, ਠੀਕ ਹੈ, ਉਹ ਨॉन ਰੈਂਡਮ ਮੂਵਮੈਂਟ ਉਹਨਾਂ ਦੇ ਵਿੱਚ ਹੁੰਦੀ ਹੈ, ਠੀਕ ਹੈ। ਨॉन ਰੈਂਡਮ ਮੀਨਸ ਕਿ ਇੱਕ ਜਗ੍ਹਾ ਦੇ ਉੱਪਰ ਕੀ ਆ ਉਹ ਜਦੋਂ ਉਹਨਾਂ ਨੂੰ ਕਰੰਟ ਮਿਲਦਾ ਹੈ ਜਾਂ ਵੋਲਟੇਜ ਮਿਲਦੀ ਹੈ ਉਹ ਮੂਵ ਕਰਨਾ ਕੀ ਹੈ ਨॉन ਰੈਂਡਮਲੀ ਉਹ ਸ਼ੁਰੂ ਕਰ ਦਿੰਦੇ ਆ। ਜਦੋਂ ਨॉन ਰੈਂਡਮਲੀ ਮੂਵ ਕਰਦੇ ਆ ਉਹਦੇ ਵਿੱਚ ਇੱਕ ਥਰਮਲ ਨੋਇਸ ਦੈਟ ਮੀਨ ਟੈਂਪਰੇਚਰ ਇਨਕਰੀਜ਼ ਹੋ ਜਾਂਦਾ ਹੈ ਔਨ ਦਾ ਵਾਇਰ। ਜਦੋਂ ਆਪਸ ਵਿੱਚ ਸਟ੍ਰਾਈਕ ਕਰਦੇ ਆ ਦੇ ਵਿਲ ਕ੍ਰੀਏਟ ਅ ਟੈਂਪਰੇਚਰ। ਜਦੋਂ ਟੈਂਪਰੇਚਰ ਕ੍ਰੀਏਟ ਕਰਦੇ ਆ then the noise is created on the wire or cable channel by the random variation of the electrons in the channel or transducers। ਉਹ ਕਰਦੇ ਆ then ਕੀ ਹੋਏਗਾ, ਇੱਕ ਐਡੀਸ਼ਨਲ ਜਿਹੜੀ ਨੋਇਸ ਹੈ, ਇੱਕ ਐਡੀਸ਼ਨਲ ਸਿਗਨਲ ਜਨਰੇਟ ਹੁੰਦਾ ਹੈ, ਉਹ ਕੀ ਹੁੰਦਾ ਹੈ ਤੁਹਾਡੀ ਓਰੀਜਨਲ ਸਿਗਨਲ ਦੇ ਵਿੱਚ ਕੀ ਹੋ ਜਾਂਦਾ ਹੈ, ਐਡ ਹੋ ਜਾਂਦਾ ਹੈ। ਸੋ ਆਪਾਂ ਹੁਣੇ ਗੱਲ ਕੀਤੀ ਸੀ ਜਦੋਂ ਤੁਸੀਂ ਟੈਲੀਫੋਨ ਦੇ ਉੱਪਰ ਗੱਲ ਕਰਦੇ ਹੋ ਓਰੀਜਨਲ ਸਿਗਨਲ ਤਾਂ ਤੁਹਾਨੂੰ ਆਵਾਜ਼ ਤਾਂ ਸੁਣਦੀ ਹੈ, ਨਾਲ ਦੀ ਨਾਲ ਤੁਹਾਨੂੰ ਛਾਂ ਦੀ ਆਵਾਜ਼ ਵੀ ਸੁਣਦੀ ਹੈ, ਜਿਹਨੂੰ ਕਿ ਆਪਾਂ ਹਿਸ ਕਹਿੰਦੇ ਹਾਂ। ਉਹ ਜਿਹੜੀ ਪ੍ਰੋਬਲਮ ਹੁੰਦੀ ਹੈ ਡੈਟ ਇਜ਼ ਨੋਨ ਐਜ਼ ਅ ਨੋਇਸ ਪ੍ਰੋਬਲਮ। ਉਹ ਹੁੰਦਾ ਅਨਵਾਂਟਿਡ ਸਿਗਨਲ, ਆਪਾਂ ਚਾਹੁੰਦੇ ਨਹੀਂ ਹਾਂ ਲੇਕਿਨ ਫਿਰ ਵੀ ਕਈ ਕਾਰਨਾਂ ਦੇ ਕਰਕੇ ਉਹ ਕੀ ਆ ਐਡ ਹੋ ਜਾਂਦਾ। ਹੁਣ ਮੰਨ ਲਓ ਦਿਸ ਇਜ਼ ਯੂਅਰ ਓਰੀਜਨਲ ਸਿਗਨਲ ਔਰ ਵਾਇਰ ਦੇ ਟ੍ਰਾਂਸਮਿਟ ਹੋ ਰਿਹਾ ਹੈ। ਨੋਇਸ ਸਿਗਨਲ ਉਦੋਂ ਹੋਏਗਾ ਜਦੋਂ ਟ੍ਰਾਂਸਮਿਸ਼ਨ ਹੋਏਗੀ, ਅਗਰ ਟ੍ਰਾਂਸਮਿਸ਼ਨ ਨਹੀਂ ਆ ਤਾਂ ਦੈਨ ਉਹਦੇ ਵਿੱਚ ਨੋਇਸ ਸਿਗਨਲ ਦੀ ਪ੍ਰੋਬਲਮ ਨਹੀਂ ਆਏਗੀ। ਸੋ ਦਿਸ ਇਜ਼ ਅ ਨੋਇਸ ਸਿਗਨਲ। ਇਹ ਆਪਣੀ ਓਰੀਜਨਲ ਸਿਗਨਲ ਹੈ। ਜਿਹੜੀ ਨੋਇਸ ਸਿਗਨਲ ਹੈ ਕਈ ਕਾਰਨ ਹੋ ਸਕਦੇ ਆ, ਮੇ ਬੀ ਇੰਟਰਨਲੀ ਹੋ ਸਕਦਾ ਹੈ, ਮੇ ਬੀ ਐਕਸਟਰਨਲੀ ਹੋ ਸਕਦਾ ਹੈ। ਪ੍ਰੋਪਰ ਵਾਇਰ ਜਿਹੜੀ ਆਪਾਂ ਯੂਜ਼ ਨਹੀਂ ਕੀਤੀ ਹੈ ਜਾਂ ਸ਼ੀਲਡਿੰਗ ਪ੍ਰੋਪਰ ਨਹੀਂ ਕੀਤੀ ਹੈ ਜਾਂ ਪ੍ਰੋਪਰ ਆਪਾਂ ਗਰਾਊਂਡਿੰਗ ਨਹੀਂ ਕੀਤੀ ਹੈ, ਇਸ ਕਰਕੇ ਕੀ ਹੈ ਇੱਕ ਨੋਇਸ ਜਿਹੜੀ ਆ ਪ੍ਰੋਡਿਊਸ ਹੁੰਦੀ ਹੈ, ਉਹ ਵੀ ਇੱਕ ਇਨ ਦਾ ਫਾਰਮ ਆਫ ਸਿਗਨਲ ਇਸ ਤਰੀਕੇ ਨਾਲ ਫਾਰਮ ਨਾ ਹੁੰਦੀ ਹੈ। ਉਹ ਤੁਹਾਡੇ ਓਰੀਜਨਲ ਸਿਗਨਲ ਵਿੱਚ ਕੀ ਹੋ ਜਾਂਦੀ ਹੈ, ਐਡ ਹੋ ਜਾਂਦੀ ਹੈ। ਔਰ ਐਡ ਹੋ ਕੇ ਤੁਸੀਂ ਦੇਖ ਸਕਦੇ ਹੋ ਕਿ ਇਸ ਸਿਗਨਲ ਵਿੱਚ ਥੋੜ੍ਹੀ ਜਿਹੀ ਕੀ ਆ ਗਈ ਹੈ, ਚੇਂਜ ਆ ਗਈ, ਠੀਕ ਹੈ। ਹੁਣ ਜਿਹੜਾ ਇਹ ਵਾਲਾ ਸਿਗਨਲ ਹੈ ਓਰੀਜਨਲ ਸਿਗਨਲ ਵੀ ਹੈ ਪਲੱਸ ਇਹਦੇ ਵਿੱਚ ਕੀ ਹੈ ਨੋਇਸ ਸਿਗਨਲ ਵੀ ਹੈ। ਜਦੋਂ ਇਹ ਟ੍ਰਾਂਸਡਿਊਸਰ ਕੋ ਆਏਗੀ, ਟ੍ਰਾਂਸਡਿਊਸਰ ਇਹਨੂੰ ਕੋਈ ਵੀ ਇਹਨੂੰ ਰੈਕਟੀਫਾਈ ਨਹੀਂ ਕਰੇਗਾ ਕਿਉਂਕਿ ਉਹਦੇ ਵਿੱਚ ਆਪਣੇ ਕੋਲ ਪਤਾ ਹੀ ਕਿ ਵੋਲਟੇਜ ਲੈਵਲ ਕਾਫੀ ਵੇਰੀ ਕਰਦਾ ਹੈ, ਤੇ ਉਹ ਕੰਸੀਡਰ ਕਰੇਗਾ ਦਿਸ ਇਜ਼ ਅ ਕਰੈਕਟ ਓਰੀਜਨਲ ਸਿਗਨਲ ਹੈ, ਉਸ ਨੂੰ ਉਹ ਕਰੈਕਟ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਔਰ ਜਦੋਂ ਰਿਸੀਵਰ ਦੇ ਉੱਪਰ ਜਾਏਗੀ ਉਹਦੇ ਵਿੱਚ ਤੁਹਾਨੂੰ ਅਨਵਾਂਟਿਡ ਜਿਹੜੀ ਨੋਇਸ ਆ ਉਹ ਸੁਣਨ ਨੂੰ ਮਿਲੇਗੀ। ਸੋ ਜਿਹੜੀ ਨੋਇਸ ਪ੍ਰੋਬਲਮ ਹੈ ਉਹ ਐਨਾਲੌਗ ਸਿਗਨਲ ਦੇ ਵਿੱਚ ਕੀ ਹੈ ਐਗਜ਼ਿਸਟ ਕਰਦੀ ਹੀ ਕਰਦੀ। ਕਲੀਅਰ। ਇਹਨੂੰ ਆਪਾਂ ਸਮ ਐਕਸਟੈਂਟ ਤੱਕ ਘਟਾ ਤਾਂ ਸਕਦੇ ਹਾਂ ਲੇਕਿਨ ਅਲਟੀਮੇਟਲੀ ਪੂਰੀ ਤਰ੍ਹਾਂ ਖਤਮ ਇਹਨੂੰ ਆਪਾਂ ਨਹੀਂ ਕਰ ਸਕਦੇ ਹਾਂ। ਸੋ ਪਹਿਲੀ ਪ੍ਰੋਬਲਮ ਸੀ ਨॉन ਲੀਨੀਅਰਿਟੀ ਦੈਟ ਡਿਸਟੋਰਸ਼ਨ ਜਿਹੜੀ ਹੁੰਦੀ ਹੈ ਆਪਣੀ ਕੋਲ। ਸੈਕੰਡ ਇਜ਼ ਅ ਨੋਇਸ ਪ੍ਰੋਬਲਮ ਜਿਹੜੀ ਹੈ ਐਨਾਲੌਗ ਸਿਗਨਲ ਦੇ ਵਿੱਚ ਆਉਂਦੀ ਹੈ। ਥਰਡ ਇਜ਼ ਮੀਡੀਆ ਔਰ ਮੀਡੀਅਮ। ਦੈਟ ਮੀਨਸ ਕਹਿੰਦਾ ਇਫ ਅ ਸਿਗਨਲ ਇਜ਼ ਸਟੋਰਡ ਔਨ ਰਿਕਾਰਡਿੰਗ ਮੀਡੀਆ ਸੱਚ ਹੈ ਟੇਪ ਔਰ ਡਿਸਕ। ਜਿਹੜਾ ਆਪਣੇ ਕੋਲ ਜਿਹੜਾ ਐਨਾਲੌਗ ਸਿਗਨਲ ਹੈ ਦੀਜ਼ ਆਰ ਦਾ ਟੇਪ ਤੁਸੀਂ ਦੇਖੀਆਂ ਹੋਣੀਆਂ ਹੈ, ਠੀਕ ਹੈ, ਟੇਪਸ ਹੈ ਜਾਂ ਡਿਸਕ ਹੈ, ਇਹਨਾਂ ਦੇ ਉੱਪਰ ਜਿਹੜਾ ਆਪਣੇ ਕੋਲ ਐਨਾਲੌਗ ਸਿਗਨਲ ਕੀ ਆ ਉਹ ਸਟੋਰ ਹੁੰਦਾ, ਠੀਕ ਹੈ। ਦਾ ਮੀਡੀਅਮ ਇਟਸੈਲਫ ਇਜ਼ ਦਾ ਸੋਰਸ ਆਫ ਨੋਇਸ। ਜਿਹੜਾ ਇਹ ਮੀਡੀਅਮ ਹੈ ਇਟਸੈਲਫ ਕੀ ਆ, ਇਹ ਵੀ ਨੋਇਸ ਕ੍ਰੀਏਟ ਕਰਦਾ ਹੈ। ਕਿਸ ਤਰੀਕੇ ਨਾਲ, ਜਦੋਂ ਤੁਸੀਂ ਇਹ ਬਾਰ-ਬਾਰ ਤੁਸੀਂ ਕੈਸਟ ਨੂੰ ਸੁਣਦੇ ਹੋ ਜਿਹੜਾ ਸਰਫੇਸ ਹੈ ਘਸ ਜਾਂਦਾ। ਜਦੋਂ ਪਰਟੀਕੂਲਰ ਏਰੀਆ ਦੇ ਉੱਪਰ ਇਹ ਜਿਹੜਾ ਸਰਫੇਸ ਹੈ ਰਫਨੈਸ ਹੋ ਜਾਂਦੀ ਹੈ, ਉੱਥੋਂ ਜਿਹੜਾ ਸਿਗਨਲ ਤੁਹਾਡਾ ਪ੍ਰੋਪਰ ਰੀਡ ਨਹੀਂ ਹੁੰਦਾ। ਜਦੋਂ ਪ੍ਰੋਪਰ ਰੀਡ ਨਹੀਂ ਹੋਏਗਾ ਉੱਥੇ ਅਨਵਾਂਟਿਡ ਜਿਹੜਾ ਸਿਗਨਲ ਹੈ ਉਹ ਜਨਰੇਟ ਹੁੰਦਾ ਹੈ। ਤੁਹਾਡਾ ਜਿਹੜਾ ਹੈੱਡ ਹੈ ਉਹ ਸਿਗਨਲ ਨੂੰ ਕੈਪਚਰ ਕਰਦਾ ਹੈ ਔਰ ਤੁਸੀਂ ਜਦੋਂ ਇਹ ਕੈਸਟ ਦੇ ਥਰੂ ਕੋਈ ਵੀ ਤੁਸੀਂ ਆਡੀਓ ਸੁਣਦੇ ਹੋ ਤਾਂ ਤੁਹਾਨੂੰ ਇਹਦੇ ਵਿੱਚ ਕੁਛ ਨਾ ਕੁਛ ਜਿਹੜੀਆਂ ਚੇਂਜਿਸ ਮਿਲਦੀਆਂ ਹੈ। ਪ੍ਰੋਪਰ ਤੁਹਾਨੂੰ ਉਸ ਪੁਆਇੰਟ ਦੇ ਉੱਪਰ ਜਿਹੜਾ ਸਿਗਨਲ ਹੈ ਉਹਦੀ ਜਿਹੜੀ ਆਵਾਜ਼ ਹੈ ਉਹ ਕਲੀਅਰ ਨਜ਼ਰ ਨਹੀਂ ਆਉਂਦੀ, ਠੀਕ ਹੈ। ਸੋ ਦੈਟਸ ਵਾਈ ਜਿਹੜਾ ਮੀਡੀਅਮ ਇਟਸੈਲਫ ਹੈ ਦੈਟ ਇਜ਼ ਆਲਸੋ ਕ੍ਰੀਏਟ ਆ ਨੋਇਸ ਬਿਕੋਜ਼ ਇਹਦੇ ਵਿੱਚ ਆਪਣੇ ਕੋਲ ਐਨਾਲੌਗ ਸਿਗਨਲ ਜਿਹੜਾ ਹੈ ਉਹ ਸਟੋਰ ਕੀਤਾ ਹੁੰਦਾ। ਸੋ ਇਫ ਆ ਸਿਗਨਲ is stored on a recording media such as tape or disk like this, the medium itself is the source of a noise. For example, the roughness of a surface of recording disk or tape can also create a noise. ठीक है। सो ये भी अपने को नॉइस क्रिएट कर दी। अगर नॉइस आ गई दैट इज अनवांटेड सिग्नल है। क्यों आ रही, क्योंकि ये एनालॉग सिग्नल क्रिएट किया है ਉਹਦੇ ਕਰਕੇ ਆਪਣੇ ਕੋ ਰਫਨੈਸ ਕਰਕੇ ਕੀ ਇਹਦੇ ਵਿੱਚ ਨੋਇਸ ਪ੍ਰੋਬਲਮ ਆ ਰਹੀ ਹੈ। ਨੈਕਸਟ ਇਜ਼ ਅਟੈਨੂਏਸ਼ਨ। ਅਟੈਨੂਏਸ਼ਨ ਦਾ ਮਤਲਬ ਹੁੰਦਾ ਲਾਸ ਆਫ એનર્ਜੀ। ਇਹਦਾ ਮਤਲਬ ਇਹ ਹੈ ਕਿ ਜਦੋਂ ਕੋਈ ਵੀ ਐਨਾਲੌਗ ਸਿਗਨਲ ਜਿਹੜਾ ਹੈ ਡਿਊਰਿੰਗ ਟਰਾਂਸਮਿਸ਼ਨ ਕੁਛ ਡਿਸਟੈਂਸ ਕਵਰ ਕਰਦਾ ਹੈ,
ਕੁਝ ਡਿਸਟੈਂਸ ਕਵਰ ਕਰਨ ਤੋਂ ਬਾਅਦ ਉਹ ਸਿਗਨਲ ਜਿਹੜਾ ਹੈ ਲੋ ਹੋਣਾ, ਵੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਉਹ ਸਿਗਨਲ ਵੀਕ ਹੋਣਾ ਸ਼ੁਰੂ ਹੁੰਦਾ ਹੈ ਉਹਨੂੰ ਕਹਿੰਦੇ ਆ ਆਪਾਂ ਅਟੈਨੂਏਸ਼ਨ ਔਰ ਯੂ ਕੈਨ ਸੇ ਆ ਲਾਸ ਆਫ એનર્ਜੀ। ਜਦੋਂ ਸਿਗਨਲ ਉਹ ਵੀਕ ਹੋ ਜਾਂਦਾ ਹੈ ਦੈਟ ਮੀਨਸ ਆਟੋਮੈਟਿਕਲੀ ਜਿਹੜੀ ਉਹਦੀ ਇਨਫੋਰਮੇਸ਼ਨ ਹੈ ਆਟੋਮੈਟਿਕਲੀ ਹੋਏਗੀ, ਥੋੜੀ ਬਹੁਤੀ ਕੀ ਹੋ ਜਾਏਗੀ, ਉਹ ਚੇਂਜ ਹੋ ਜਾਂਦੀ ਹੈ। और वो चेंज इन्फॉर्मेशन जी है सानू रिसीवर को मिलती है। अगर आपने को गलत इन्फॉर्मेशन मिलेगी, रॉन्ग इन्फॉर्मेशन मिलेगी या चेंज इन्फॉर्मेशन मिलेगी दैन वो अकॉर्डिंग ही आप प्रोसैसिंग करांगे। दैन हो सकता कि वो अकॉर्डिंग अपने को जो रिजल्ट है वो रॉन्ग रिजल्ट की होंगे, प्रोड्यूस होंगे। सो अटेन्यूएशन का मतलब ये है कि आफ्टर कवरिंग अ सर्टेन डिस्टेंस जो एनालॉग सिग्नल है वो की हो जाता है, वीक हो जाता है। ठीक है। सो की कह रहा है ऑल सिग्नल्स आर वीक और अटेन्यूएटेड ड्यूरिंग ट्रांसमिशन अक्रॉस द मीडियम। चाहे वो वायर्ड मीडिया है चाहे वो वायरलेस मीडिया है, जो भी वो डिस्टेंस कवर करेगा ट्रांसमिट करेगा थ्रू अ मीडियम वो की होगा, अटेन्यूएट हो जाएगा। दिस सिग्नल डिके में सिग्नल लॉस हो रहा है, स्ट्रेंथ हो रही है, वीक हो रही है, कैन मेक द ट्रांसमिशन सो वीक दैट इज आलमोस्ट नॉट रिकवरेबल एट द रिसीवर। समटाइम्स ये जी सिग्नल इन्ना क डिके हो जाता है कि दुबारा इनू आप एंपलीफाई लगा के भी इनू रिकवर नहीं कर सकते, दुबारा ये सेम एंपलीट्यूड आप नहीं कर सकते और सिग्नल आप प्रॉपरली उन्होंने रिसीव नहीं करांगे और अपने को कोई भी इन्फॉर्मेशन नहीं आएगी। अ हाई क्वालिटी वायर केबल विद लार्ज डायमीटर सर्टनली मिनिमाइज डिके बट इट कैन नॉट बी एलिमिनेट। अच्छी क्वालिटी की अगर आप वायर यूज़ करते हैं तो कुछ लैवल तक आप जो डिके है वो घटा सकते हैं, लेकिन पूरी तरह वो खत्म आप नहीं कर सकते। इन दिस एग्जाम्पल देखो ये वाला सिग्नल है, ओरिजिनल सिग्नल है, ठीक है। ये अपने को डिस्टेंस इस मीडिया थ्रू मूव कर रहा है। जो वो मूव कर रहा है आफ्टर दिस डिस्टेंस यू कैन से ये सिग्नल थोड़ा या वीक हो गया। जो फर्दर डिस्टेंस मूव करेगा थोड़ा और की हो जाएगा, ये वीक हो जाएगा। तो ये देख सकते इस पॉइंट से पहला ओरिजिनल सिग्नल ये सी, जो उन्हें इन्ना डिस्टेंस कवर किया है ये अपने को वीक हो गया है। जो उन्हें ये वाला डिस्टेंस कवर है होर की हो गया, अपने को ये वीक हो गया। दिस इज नोन एज अ अटेन्यूएशन। ये जी है तुहाडी एनालॉग सिग्नल की आती है प्रॉब्लम आती ही आती है, डैट इज नोन एज अ लॉस ऑफ एनर्जी। से उदों आएगी जो जो सिग्नल है कोई डिस्टेंस कवर करेगा। अगर कोई ट्रांसमिशन नहीं हो रही दैन अटेन्यूएशन की प्रॉब्लम नहीं होएगी। सो की करना पएगा, उत्थे आपां नूं की लगाना पएगा, एंपलीफायर लगाना पएगा। जो एंपलीफायर लगावांगे तो दोबारा सिग्नल की कर देगा, ओरिजिनल फॉर्म के की कर देगा, कन्वर्ट कर देगा। दैन तेरा सिग्नल जो प्रॉपरली वो रिसीव होएगा। अदरवाइज की होएगा, अगर कोई भी डिवाइस नहीं लग्या है, एंपलीफायर नहीं लग्या है, जिद्दां जो डिस्टेंस मूव करते जावांगे तेरा जो सिग्नल है हौली हौली की वो वीक होंदा जाएगा, डिके होंदा जाएगा। दैट इज नोन एज अ सिग्नल डिके। सो दीज आर द प्रॉब्लम दैट इज एसोसिएटेड विद द एनालॉग सिग्नल्स है। सो बेसिकली नॉइस एंड डिस्टॉर्शन जी डेविएशन जी है वो ज़्यादातर एनालॉग सिग्नल की आ रही है, प्रॉब्लम्स आ रही हैं। सो इन्हां प्रॉब्लम्स करके ही ਆਪਾਂ ਜਿਹੜਾ ਨਵਾਂ ਡਿਵਾਈਸ ਜਿਹੜਾ ਹੈ ਸਿਗਨਲ ਜਿਹੜਾ ਹੈ ਐਨਾਲੌਗ ਸਿਗਨਲ ਉਹ ਕੀ ਕੀਤਾ ਆਪਾਂ ਡਿਜ਼ਾਈਨ ਕੀਤਾ ਹੈ। ਸੋ ਕੀ ਹੋਏਗਾ ਆਪਣੇ ਕੋਲ ਜਿਹੜਾ ਸਿਗਨਲ ਹੈ ਉਹ ਕੀ ਹੋ ਜਾਏਗਾ, ਅਟੈਨੂਏਟ ਹੋ ਜਾਏਗਾ ਆਫਟਰ ਕਵਰਿੰਗ ਅ ਸਰਟਨ ਡਿਸਟੈਂਸ ਦੈਟ ਇਜ਼ ਨੋਨ ਐਜ਼ ਅ ਲਾਸ ਆਫ ਨੋਇਜ਼। ਸੋ ਐਨਾਲੌਗ ਸਿਗਨਲ ਦੇ ਵਿੱਚ ਕੁਝ ਇਹ ਪ੍ਰੋਬਲਮਸ ਹੈਗੀਆਂ ਹੈ ਜਿਸ ਕਰਕੇ ਆਪਾਂ यूज़ करांगे डिजिटल सिग्नल। ਜਿਹੜੀਆਂ ਇਹ ਪ੍ਰੋਬਲਮਸ ਐਨਾਲੌਗ ਸਿਗਨਲ ਦੇ ਵਿੱਚ ਹੈ ਉਹ ਪ੍ਰੋਬਲਮ ਡਿजिटल ਸਿਗਨਲ ਵਿੱਚ ਨਹੀਂ ਹੋਣਗੀਆਂ, ਜਿਸ ਕਰਕੇ ਆਪਾਂ ਡਿजिटल ਸਿਗਨਲ ਕੀ ਕਰਦੇ ਹਾਂ, ਪ੍ਰੈਫਰ ਕਰਾਂਗੇ। ਨੈਕਸਟ ਹੈ ਕਰੈਕਟਰਿਸਟਿਕਸ ਆਫ ਐਨਾਲੌਗ ਸਿਗਨਲਸ। ਐਨਾਲੌਗ ਸਿਗਨਲ ਆਪਾਂ ਕਿੱਦਾਂ ਮੇਜਰ ਕਰਦੇ ਹਾਂ। ਬੇਸਿਕਲੀ देयर आर 3 characters of a sine wave. First is the amplitude, then period or frequency, and then is the phase। ਇਹ ਆਪਾਂ one by one डिस्कस करांगे। So this is a sine wave, you can say, ठीक है। this is a voltage and this is a time। ये अपने को एक स्टैंडर्ड साइन वेव है। सो की कह रहा है द साइन वेव इज द मोस्ट फंडामेंटल फॉर्म ऑफ अ पीरियोडिक एनालॉग सिग्नल। एनालॉग सिग्नल इन द फॉर्म ऑफ साइन वेव ही होएगा। सिंस वेव कैन बी फुली डिस्क्राइब्ड बाय द 3 characteristics एम्पलीट्यूड, पीरियड और फ्रिक्वेंसी एंड अ फेज। सो आप वन बाय वन डिस्कस करेंगे। एम्पलीट्यूड, सो एम्पलीट्यूड की कह रहा है ऑन अ ग्राफ द एम्पलीट्यूड ऑफ अ सिग्नल is the value of the signal at any point on the wave। this is the wave कहना किसी भी point के ऊपर value of signal any point on the wave is known as a amplitude। इतने वैल्यू देख लो, इतने कुछ और होगी, इस पॉइंट पे कोई वैल्यू ले लो, इस पॉइंट पे कोई वैल्यू ले लो, इस पॉइंट पे कोई वैल्यू ऑन द वेव, दैट इज नोन एज अ एम्पलीट्यूड। इट इज इक्वल टू द वर्टिकल डिस्टेंस फ्रॉम अ गिवन पॉइंट ऑन द वेव फ्रॉम द हॉरिजॉन्टल एक्सिस। की होएगा, दिस इज योर हॉरिजॉन्टल एक्सिस एंड दिस इज अ वर्टिकल
एक्सिस वर्टिकल डिस्टेंस के उपर किसी भी पॉइंट तो विद रिस्पैक्ट टू द हॉरिजेंटल किसी भी पॉइंट के उपर आप मेजर कर सकते हैं और एंपलीट्यूड दिस वन ऑन द वेव ये भी पॉइंट है वर्टिकल है इतने भी वर्टिकल इस पॉइंट से भी आप लै सकते इस एंपलीट्यूड इतने भी कोई ना कोई वैल्यू होगी दैट इज नोन एज अ एंपलीट्यूड द मैक्सिमम एंपलीट्यूड ऑफ अ साइन वेव इज इक्वल टू द हाईएस्ट वैल्यू इट रीचेज ऑन द वर्टिकल एक्सिस सो मैक्सिमम एंपलीट्यूड की होएगा द हाईएस्ट वैल्यू इट मान लो कि दिस इज द हाईएस्ट वैल्यू दिस वन मान लो कि 5 वोल्ट है सो मैक्सिमम एंपलीट्यूड कितना हो गया 5 वोल्ट सिमिलरली ये अपने को मिनीमम एंपलीट्यूड की होएगा जी अपने को मिनीमम वैल्यू होगी नैगेटिव मान लो कि +5 वोल्ट है ये मेरे को -5 वोल्ट है सो दैट इज नोन एज अ एंपलीट्यूड दैट इज एनी पॉइंट ऑन द वेव इज नोन एज अ एंपलीट्यूड वर्टिकल साइड के उपर वर्टिकल डिस्टेंस के उपर वेव के उपर कोई भी पॉइंट ले लो वो की होएगा अपने को एंपलीट्यूड होएगा और आप पहला डिस्कस कर चुके हैं कि जो एंपलीट्यूड होंदा है वो कॉन्टीन्यूअसली वेरी करता है विद रिस्पैक्ट टू द टाइम टाइम के नाल की होएगा वेरी अप एंड डाउन होएगा दिस वन दैट इज नोन एज अ एंपलीट्यूड द एंपलीट्यूड इज मेजर्ड इन आइदर वोल्ट्स एम्पीयर और वाट्स इन्हों मेजर करने लिए आप जो यूनिट यूज़ करते हैं वोल्ट यूज़ कर सकते हैं जो आप वोल्टेज डिवाइस यूज़ करा वोल्टेज यूज़ करा या जो करंट यूज़ करेंगे उत्थे आप एम्पीयर और वाट यूज़ करते हैं डिपेंडिंग ऑन द टाइप ऑफ द सिग्नल जिस तरह का सिग्नल होएगा उदा दे की होंगे यूनिट्स होंगे सो दिस इज नोन एज अ एम्पलीट्यूड ऑफ अ सिग्नल इज द वैल्यू ऑफ द सिग्नल एट एनी पॉइंट ऑन द वेव किसी भी पॉइंट के उपर कोई भी वैल्यू होएगी दैट इज नोन एज अ एम्पलीट्यूड नेक्स्ट इज पीरियड पीरियड्स रेफर टू द अमाउंट ऑफ टाइम इन सैकेंड अ सिग्नल नीड्स टू कंप्लीट वन साइकिल एक साइकिल ਨੂੰ ਕੰਪਲੀਟ ਕਰਨ ਲਈ ਕਿੰਨਾ ਟਾਈਮ ਇਨ ਸੈਕਿੰਡ ਵਿੱਚ ਲੱਗਦਾ ਹੈ that is known as a period so in this case this is a you can say a sine wave so ਇਹ ਮੇਰੇ ਕੋਲ ਕੀ ਹੋ ਗਿਆ ਇੱਕ ਸਾਈਕਲ ਹੋ ਗਿਆ ਇੱਥੋਂ ਸਟਾਰਟ ਹੋਇਆ crust and this is a trough that is known as a one cycle ਠੀਕ ਹੈ similarly this is a second cycle so ਕੀ ਕਹਿ ਰਿਹਾ ਕਿ ਆਪਣੇ ਕੋਲ ਕਹਿੰਦਾ ਕਿ ਇੱਕ ਸਾਈਕਲ ਨੂੰ ਕੰਪਲੀਟ ਹੋਣ ਲਈ ਦੈਟ ਮੀਨਸ ਇੱਥੋਂ ਸਟਾਰਟ ਹੋਇਆ ਠੀਕ ਹੈ ਦਿਸ ਇਜ਼ ਅ ਟਾਈਮ ਇੱਥੋਂ ਸਟਾਰਟ ਹੋਣ ਲਈ ਕਿੰਨਾ ਟਾਈਮ ਲੱਗਦਾ ਇਨ ਟਰਮਸ ਆਫ ਸੈਕਿੰਡ ਦੈਟ ਇਜ਼ ਨੋਨ ਐਜ਼ ਅ ਸਾਈਕਲ ਬੇਸਿਕਲੀ ਇਹਨਾਂ ਆਪਾਂ ਸਪੀਡ ਮੇਜਰ ਕਰ ਸਕਦੇ ਹਾਂ ਕਿ ਜਿਹੜਾ ਮੇਰਾ ਐਨਾਲੌਗ ਸਿਗਨਲ ਹੈ ਉਹਦੀ ਕਿੰਨੀ ਸਪੀਡ ਹੈ ਆਪਣੇ ਕੋਲ ਕਿੰਨਾ ਡਾਟਾ ਉਹ ਕੈਰੀ ਕਰ ਰਿਹਾ ਠੀਕ ਹੈ ਸੋ ਦਿਸ ਇਜ਼ ਸਮੋਲੈਸਟ ਯੂਨਿਟ ਹੈ ਆਪਣੇ ਕੋਲ ਜਦੋਂ ਵੀ ਆਪਾਂ ਐਨਾਲੌਗ ਸਿਗਨਲ ਮੇਜਰ ਕਰਨਾ ਹੈ ਐਂਪਲੀਟਿਊਡ ਆਪਾਂ ਯੂਜ਼ ਕਰ ਸਕਦੇ ਹਾਂ ਪੀਰੀਅਡ ਔਰ ਫ੍ਰੀਕੁਐਂਸੀ ਜਿਹੜਾ ਵਰਡ ਆਪਾਂ ਯੂਜ਼ ਕਰ ਸਕਦੇ ਹਾਂ ਟੂ ਮੇਜਰ ਦਾ ਐਨਾਲੌਗ ਸਿਗਨਲ ਸੋ ਮੰਨ ਲਓ ਇੱਥੇ ਇਹ ਆਪਣੇ ਕੋਲ 0 ਸੈਕਿੰਡ ਹੈ ਇਹ ਆਪਣੇ ਕੋਲ ਮੰਨ ਲਓ 5 ਸੈਕਿੰਡ ਹੈ ਤਾਂ ਇੱਥੋਂ ਲੈ ਕੇ ਟਾਈਮ ਮੇਰੇ ਕੋਲ 5 ਸੈਕਿੰਡ ਲਗਾ ਰਿਹਾ ਹਾਂ ਇੱਕ ਸਾਈਕਲ ਨੂੰ ਕੰਪਲੀਟ ਹੋਣ ਲਈ ਸਿਮਿਲਰਲੀ ਅਗਰ ਦੂਸਰੀ ਗੱਲ ਕਰੀਏ ਤੇ ਉਹ ਅਗਲਾ ਸਾਈਕਲ ਵੀ 5 ਸੈਕਿੰਡ ਹੈ ਸੋ ਟੋਟਲ ਕਿੰਨਾ ਆ ਗਿਆ 10 ਸੈਕਿੰਡ ਹੋ ਗਿਆ ਸੋ ਡੈਫੀਨੇਸ਼ਨ ਕੀ ਕਹਿ ਰਹੀ ਹੈ ਅਮਾਊਂਟ ਆਫ ਟਾਈਮ ਇਨ ਸੈਕਿੰਡਸ a signal needs to complete a one cycle ਇੱਕ ਸਾਈਕਲ ਨੂੰ ਕੰਪਲੀਟ ਕਰਨ ਲਈ ਕਿੰਨਾ ਟਾਈਮ ਲੱਗਦਾ ਹੈ ਇਨ ਸੈਕਿੰਡ ਦੈਟ ਇਜ਼ ਨੋਨ ਐਜ਼ ਅ ਪੀਰੀਅਡ ਠੀਕ ਹੈ ਜਿੱਦਾਂ ਨਾਲ ਐਗਜ਼ਾਮਪਲ ਲੈ ਲਓ ਇੱਥੋਂ ਇਹ ਦਿਸ ਇਜ਼ ਵਨ ਸਾਈਕਲ ਇੱਥੋਂ ਲੈ ਕੇ ਸੈਕਿੰਡ ਸਾਈਕਲ ਇੱਥੋਂ ਤੀਸਰਾ ਇੱਥੋਂ ਚੌਥਾ ਔਰ ਇੱਥੋਂ ਪੰਜਵਾਂ ਦਿਸ ਇਜ਼ ਅ ਟਾਈਮ ਮੈਜਰਡ ਇਨ ਅ ਸੈਕਿੰਡ ਸੋ ਇੱਥੋਂ ਕਿੰਨਾ ਟਾਈਮ ਲੱਗਿਆ 0.2 ਸੈਕਿੰਡ ਇੱਥੋਂ ਇੰਨਾ ਲੱਗਿਆ 0.24 6 8 ਐਂਡ ਦਿਸ ਇਹ ਮਿਲੀ ਸੈਕਿੰਡ ਹੋ ਗਏ ਇਹ ਸਾਰੇ ਆਪਣੇ ਕੋਲ ਸੈਕਿੰਡ ਨੂੰ ਕੀ ਕੀਤਾ ਉਹਨੇ ਡਿਵਾਈਡ ਕੀਤਾ ਹੋਇਆ ਠੀਕ ਹੈ ਸੋ ਉਹਨੂੰ ਮੈਜਰ ਕੀਤਾ ਉਹਨੇ ਫ੍ਰੀਕੁਐਂਸੀ ਵਿੱਚ 5.0 ਹਰਜ ਜਦੋਂ ਨੰਬਰ ਆਫ ਸਾਈਕਲ ਆ ਜਾਂਦੇ ਆ ਉਹ ਆਪਣੇ ਕੋਲ ਕੀ ਬਣ ਜਾਂਦਾ ਹਰਜ ਉਹਦੀ ਸਪੀਡ ਆ ਜਾਂਦੀ ਹੈ ਠੀਕ ਹੈ ਸੋ ਦਿਸ ਇਜ਼ ਨੋਨ ਐਜ਼ ਅ ਵਨ ਸਾਈਕਲ ਇੱਥੋਂ ਸਟਾਰਟ ਹੋ ਰਿਹਾ ਹੈ ਔਰ ਇੱਥੇ ਕੀ ਹੋ ਰਿਹਾ ਹੈ ਐਂਡ ਹੋ ਰਿਹਾ ਜਿੰਨਾ ਇਹਨੂੰ ਟਾਈਮ ਲੱਗਾ ਦੇਖੋ ਇੱਥੋਂ ਲੈ ਕੇ ਇੱਥੇ ਤੱਕ ਕਿੰਨਾ ਟਾਈਮ ਲੱਗ ਰਿਹਾ 0.2 ਮਿਲੀ ਸੈਕਿੰਡ ਦੈਟ ਇਜ਼ ਨੋਨ ਐਜ਼ ਅ ਪੀਰੀਅਡ then frequency ਕਰੀਆ refers to the number of periods in one cycle ਇੱਕ ਸਾਈਕਲ ਸੌਰੀ ਇਨ 1 ਸੈਕਿੰਡ ਇੱਕ ਸੈਕਿੰਡ ਦੇ ਵਿੱਚ ਕਿੰਨੇ ਨੰਬਰ ਆਫ ਜਿਹੜੇ ਸਾਈਕਲਸ ਹੈ ਉਹ ਕ੍ਰਾਸ ਕਰ ਰਹੇ ਆ ਦੈਟ ਇਜ਼ ਨੋਨ ਐਜ਼ ਅ ਫ੍ਰੀਕੁਐਂਸੀ ਦ ਫ੍ਰੀਕੁਐਂਸੀ ਆਫ ਸਿਗਨਲ ਇਨ ਇਟਸ ਨੰਬਰ ਆਫ ਸਾਈਕਲਸ ਪਰ ਸੈਕਿੰਡ ਇਟ ਇਜ਼ ਮੈਜਰਡ ਇਨ ਹਰਜ ਔਰ ਅ ਕਿਲੋ ਹਰਜ ਇਹਨੂੰ ਮੈਜਰ ਕਿੰਨਾ ਕਰਦੇ ਆ ਆਪਾਂ ਯੂਨਿਟ ਕਿਹੜਾ ਹਰਜ ਔਰ ਅ ਕਿਲੋ ਹਰਜ ਦੈਟ ਮੀਨਸ ਦਿਸ ਵਨ ਠੀਕ ਹੈ दैट मीनस कह रहा है कि एक पर्टिकुलर पॉइंट के उपरों एक सैकेंड के उपर इस पॉइंट तो एक सैकेंड के उपर किन्ने जिहड़े साइकल्स है वो क्रॉस कर रहे हैं डैट इज़ नोन एज अ फ्रीकुएंसी होएगा अगर सिंगल है तो वो की होएगा मेरे को एक पीरियड और यू कैन से अ साइकिल अगर एक तो ज़्यादा होणगे
ਉਹ ਕੀ ਬਣੇਗੀ ਮੇਰੇ ਕੋਲ ਫ੍ਰੀਕੁਐਂਸੀ ਬਣੇਗੀ। ਆਪਾਂ ਉੱਥੇ ਚੈੱਕ ਕਰਾਂਗੇ ਕਿ 1 ਸੈਕਿੰਡ ਵਿੱਚ ਮਤਲਬ ਇਸ ਪੁਆਇੰਟ ਦੇ ਉੱਪਰ ਆਪਾਂ ਚੈੱਕ ਕਰਨਾ ਕਿ ਕਿੰਨੇ ਸਾਈਕਲ ਇਸ ਪੁਆਇੰਟ ਤੋਂ ਨਿਕਲ ਰਹੇ ਆ 1 ਸੈਕਿੰਡ ਦੇ ਵਿੱਚ, ਉਹ ਕੀ ਹੋਏਗੀ ਤੁਹਾਡੀ ਫ੍ਰੀਕੁਐਂਸੀ ਹੋਏਗੀ। ਸੋ ਇਸ ਲਈ ਕਹਿ ਰਿਹਾ ਹੈ ਦ ਫ੍ਰੀਕੁਐਂਸੀ ਆਫ ਸਿਗਨਲ ਇਜ਼ ਦ ਨੰਬਰ ਆਫ ਸਾਈਕਲ ਪਰ ਸੈਕਿੰਡ। ठीक है, एक सेकंड एक पर्टिकुलर जगह के ऊपर कितने साइकिल क्रॉस कर रहे हैं, दैट इज नोन एज अ फ्रीक्वेंसी। बेसिकली दीज करैक्टरिस्टिक्स ऑफ एनालॉग सिग्नल आर यूज टू मेजर एनालॉग सिग्नल। उन्होंने आप मेजर कर सकते हो सिग्नल की स्पीड कितनी है, कितनी वो वोल्टेज लैवल है, ठीक है। सो सारा मेजर करने आप करैक्टरिस्टिक यूज करेंगे। क्लीयर, ऑलवेज कीप इन माइंड, ठीक है। इस पॉइंट के ऊपर आप मेजर कर सकते हैं कि कितने साइकिल क्रॉस किए हैं, इस पॉइंट के ऊपर मेजर कर सकते हैं कि एक इस सैकेंड के कितने साइकिल क्रॉस किए हैं, और एनी दिस। दैन इज अ फेस। फेस इज द सेम फ्रीक्वेंसी, सेम साइकिल, सेम वेवलेंथ, ठीक है, सब कुछ सेम होंगे है, बट आर टू और मोर वेव फॉर्म्स नॉट एग्जैक्टली अलाइन टूगैदर। फेस का मतलब सिंपल अगर पंजाबी च गल कहां कि स्टार्टिंग एंगल ऑफ द वेव, दैट इज नोन एज अ फेस। देखो जी आ ग्रीन वाली है ये इस एंगल तो स्टार्ट हो रही है, और अपने को जी ब्लू वाली है वो इस एंगल तो स्टार्ट हो रही है, ठीक है। उन्होंने की कहांगे आप फेस कहांगे। सो द फेस involve the relationship between the position of the amplitude, crest and trough of two waves, ठीक है। the wave involve the relationship between the position of amplitude, अपन पता these are the amplitude, ठीक है। crest and trough means की है ऊपर इन्हों crest कहने नीचे भी करांगे आप trough करांगे of two waveforms। phase can be measured in distance, time और degrees। बेसिकली अपन डिग्री और रेडियन मेजर करते हैं। फेस इज समटाइम एक्सप्रेस्ड इन रेडियन rather than in a degree। 1 radian of phase corresponding to approximate 57.3 degree like this। इतों अगर इतों स्टार्ट हो रहा है तो डिग्री कितनी 0 डिग्री, अगर वो इतों स्टार्ट हो रहा है तो 90 डिग्री, अगर वो इतों स्टार्ट हो रहा है तो 180 डिग्री, अगर वो इतों स्टार्ट हो रहा है तो 270 डिग्री, अगर इतों स्टार्ट हो रहा है तो 330 डिग्री, दैट 360 डिग्री। सो फेज का मतलब ये है कि स्टार्टिंग जोड़ा है अपने को, स्टार्टिंग जोड़ा अपने को पोजीशन है जी वेव की है वो किस एंगल तो स्टार्ट हो रही है, डैट इज नोन एज अ फेस। सो अगर आप दोनों की गल करिए इस और इस पॉइंट में आप स्टार्टिंग में डिफरेंस कोई आ रहा है, डैट इज नोन एज अ फेस डिफरेंस। फेस डिफरेंस मीनस कि इस एंगल से स्टार्ट हो रहा और इस एंगल से स्टार्ट हो रहा। तो तुम उत्थे कैलकुलेट कर देने कि दोनों के कितना डिफरेंस है, उन्होंने की कहांगे आप फेस डिफरेंस। देखो ये इतने फॉल कर रही है और ये इतने फॉल कर रही है, इन्होंने दिस वन माइनस दिस वन वो की आएगा फेस डिफरेंस आ जाएगा। So these are the characteristics of a analog signal। Next है digital signal। So कुछ ਜਿਹੜੀਆਂ प्रॉब्लम ਸੀਗੀਆਂ एनालॉग सिग्नल ਦੇ ਵਿੱਚ ਉਹ ਆਪਾਂ डिजिटल सिग्नल यूज़ करके ਉਹਨੂੰ ਕੀ ਕਰ ਸਕਦੇ ਹਾਂ ਆਪਾਂ ओवरकम कर सकते हैं। सो दैट्स वाई ਆਪਾਂ यूज़ करते हैं डिजिटल सिग्नल ਜਿਹੜੀਆਂ कि नॉइज़ प्रॉब्लम सी, अटेन्यूएशन सी, सिक्योरिटी ਦੀ प्रॉब्लम्स है ਜਾਂ ਹੋਰ ਕਈ ਜਿਹੜੀਆਂ प्रॉब्लम एनालॉग सिग्नल ਦੇ ਵਿੱਚ है, they can be overcome with the help of a digital signal। So digital signal की कह रहा है, digital signal is one which changes between two discrete levels of voltage or values। कहना कि वो सिग्नल जेडे में सिर्फ दो डिस्क्रीट लैवल, डिस्क्रीट मीनस अलग, सिर्फ दो ही लैवल होंगे ऑफ वोल्टेज और आ वैल्यूज। एनालॉग सिग्नल ਦੇ ਵਿੱਚ ਕੀ ਸੀ ਆਪਣੇ ਕੋਲ ਰੇਂਜ ਸੀਗੀ, ਬਟ ਇਹਦੇ ਵਿੱਚ ਕੀ ਹੋਣਗੇ ਲੈਵਲਸ ਹੋਣਗੇ। दैट इज अ सेट ऑफ स्पेसिफिक पॉइंट ऑफ डाटा विद नो अदर वैल्यू और पॉइंट इन बिटवीन। ए सेट ऑफ स्पेसिफिक डाटा मीनस की होगा, मान लो 0 एंड 1, ठीक है, दो डिस्क्रीट लैवल हो गए और उन्हें ਵਿੱਚ ਹੋਰ कोई वैल्यू नहीं होगी। दीज टू डिस्क्रीट लैवल्स आर 0 एंड 1 एंड देयर इज नो अदर वैल्यू बिटवीन 0 एंड 1। तो कह रहा डिजिटल सिग्नल की होएगा वो सिग्नल विच चेंज होएगा बिटवीन टू डिस्क्रीट लैवल। यहाँ तक वैल्यू 0 होएगी, यहाँ एवरी वैल्यू की होएगी 1 होएगी। इन बिटवीन 0 एंड 1 कोई होर अदर वैल्यू नहीं होएगी। जिदा कि आप एनालॉग सिग्नल के देखा सीगा, एक पर्टिकुलर रेंज सी और आप मल्टीपल वैल्यूज लै सकते, जिस करके उन्होंने कॉन्टीन्यूस कहते सी। बट इनू की कहांगे आप डिस्क्रीट सिग्नल कहांगे। एट पर्टिकुलर इंटरवल, डिस्क्रीट इंटरवल ऑफ टाइम आप वैल्यू करांगे, अचैस करांगे और उन्होंने कोई होर अदर वैल्यू नहीं आएगी। अगर अपने को सिग्नल इस फॉर्म के है जोड़ा कि दो डिस्क्रीट लैवल ही चेंज हो रहा है, कि 0 एंड 1, दैट इज नोन एज अ डिजिटल सिग्नल। A digital signal is a signal that is being used to represent data as a sequence of discrete values. Discrete means अलग value 1 0 0 1 1 0 1 0 at any given time. It can take only on one of the finite number of values.
ठीक है, लाइक दिस वन। ठीक है, दो ही वैल्यूज़ है कि अपने को एक 1 है, दूसरा मेरे को की है 0। अगर 1 है तो अपने को इस तरीके नाल होएगी, इनू आप कहने आ स्केयर वेव कहने, दिस इज नोन एज अ स्केयर। ग्राफिकली आप एनालॉग सिग्नल इस तरीके नाल की करांगे, रिप्रजेंट करा। एनालॉग सिग्नल ਦੇ ਵਿੱਚ ਆਪਾਂ ਸਾਈਨ ਵੇਵ ਯੂਜ਼ ਕੀਤੀ ਸੀਗੀ, ਬਟ ਜਦੋਂ ਆਪਾਂ ਡਿਜੀਟਲ ਸਿਗਨਲ ਯੂਜ਼ ਕਰਨਾ ਹੈ ਉਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਕੀ ਆ ਸਾਈਨ ਵੇਵ ਯੂਜ਼ ਕਰਾਂਗੇ। ਠੀਕ ਹੈ, ਜਾਂ ਉਹਦੀ ਵੈल्यू ऑन होएगी ਜਾਂ ऑफ होएगी। दिस इज नोन एज अ 1 एक लैवल है, दूसरा की होएगा 0। अगर ऊपर है तो 1 होएगा, अगर नीचे है तो की होएगा 0। 1 का मीनस ऑन और 0 मीनस की होएगा ऑफ होएगा। दिस इज नोन एज अ डिजिटल सिग्नल। इसलिए क्या होया, चेंजेस बिटवीन टू डिस्क्रीट लेवल ऑफ वोल्टेज। एक लेवल 1 हो गया और दूसरा चेंज हो, देखो 1 तो 0 हो गया या 0 तो की होएगा 1, एंड देयर इज नो अदर वैल्यू बिटवीन 0 एंड 1। ਇਹਦੇ ਵਿੱਚ ਕੋਈ ਹੋਰ वैल्यू नहीं आएगी। दूसरी एग्जांपल ਤੁਸੀਂ ਆ ਲੈ ਸਕਦੇ ਹੋ। ठीक है, ये रेंज देती 0 वोल्ट एंड 5 वोल्ट। अगर 0 वोल्ट है दैट मीनस 0 होएगा, अगर अपने को सॉरी अगर 0 वोल्ट है दैट मीनस 0, अगर 5 वोल्ट दैट मीनस की होएगा 1 होएगा। अगर 0 वोल्ट 0 बिट है तो अपने को 0 वोल्ट 0 रिप्रजेंट करांगे, अगर अपने को 1 बिट ਉਹਨੂੰ ਆਪਾਂ 5 वोल्ट ਨਾਲ रिप्रजेंट करांगे। ਇਹ 0 ਹੈ ਤੇ ਦਿਨ ਆਪਾਂ ਇੱਥੇ 0 वोल्ट ਨਾਲ रिप्रजेंट कर रहे हैं। ठीक है, सो 0 वोल्ट वी कंसीडर एज अ 0 प्लस 5 वोल्ट वी कंसीडर एज अ 1। सो ਇਹਦੇ ਵਿੱਚ ਹੋਰ ਕੋਈ वैल्यू नहीं आएगी, ना 1 वोल्ट आएगी, ना 2 वोल्ट आएगी, ना 3 वोल्ट, ना 4 वोल्ट एंड सो ऑन। सो दिस इज अ ग्राफिकल व्यू ऑफ अ डिजिटल सिग्नल। ਇਹਨੂੰ ਆਪਾਂ ਕਹਿੰਦੇ ਹਾਂ ਸਕੁਅਰ ਵੇਵ, दैट इज चेंज बिटवीन टू डिस्क्रीट ਲੈਵਲ। ਸੋ ਡਿਜੀਟਲ ਜਿਹੜਾ ਸਿਗਨਲ ਹੈ ਦੋ ਲੈਵਲਸ ਵਿੱਚ ਰਿਪਰੈਜ਼ੈਂਟ ਹੋ ਰਿਹਾ ਹੈ, ਔਰ ਇਹਨੂੰ ਆਪਾਂ ਡਿਜੀਟਲ ਸਿਗਨਲ ਨੂੰ ਦੋ ਡਿਫਰੈਂਟ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। ਠੀਕ ਹੈ, ਲੈਵਲਸ ਆਪਣੇ ਕੋਲ ਉਹੀ ਰਹਿਣਗੇ, दैट इज 1 और 0, और टू डिफरेंट रिप्रेजेंटेटिव डिजिटल सिग्नल्स आर पॉजिटिव लॉजिक एंड अ नैगेटिव लॉजिक। ठीक है, ये अपने को पॉजिटिव लॉजिक होएगा, दिस वन फिगर शो हो रही है, ये अपने को होगा नैगेटिव। पॉजिटिव लॉजिक में दो लैवल हो, एक लैवल ए हो गया और दूसरा लैवल ए हो गया। जो अपने को पॉजिटिव लोअर लैवल होएगा इन दिस बोथ द केसेस, जो लोअर लैवल है ਉਹਦੇ ਵਿੱਚ ਜਿਹੜੀ वोल्टेज होएगी, वोल्टेज लैवल होएगा 0 वोल्ट टू 1 वोल्ट। अगर अपने ਕੋਲ ਜਿਹੜੀ वोल्टेज करंट है 0 वोल्ट और 1 वोल्ट ਦੇ ਵਿੱਚ ਰਹਿ ਰਿਹਾ ਹੈ ਤਾਂ ਉਹਨੂੰ ਕੀ ਕਹਾਂਗੇ ਆਪਾਂ लो। ठीक है, सिमिलरली अगर वोल्टेज अपने को 5 वोल्ट तो लैके 3.5 वोल्ट फॉर एग्जांपल रह रही है तो उन्होंने की इंडिकेट करांगे हाई। लो मीनस 0, हाई मीनस की होएगा 1 होएगा। अगर मान लो 0.6 है डैट मीनस की होएगा 0 ही होएगा। अगर इतने 3.9 है डैट मीनस की होएगा 1, क्योंकि वो की कर रहा है लाइक कर रहा है। इन पॉजिटिव लॉजिक की होएगा लो लैवल से अपने को वोल्टेज होगी 0 वोल्ट 1 वोल्ट, उन्होंने आप रिप्रजेंट करांगे 0 नाल, और हायर लैवल के उपर अपने को जी वोल्टेज 5 वोल्ट और 3.5 वोल्ट उन्होंने रिप्रजेंट करांगे आप हाई वोल्ट ना। सो की कह रहा इन फिगर देयर आर टू डिस्क्रीट लैवल्स, एक लैवल आ हो गया, दूसरा लैवल ए हो गया। ठीक है, दीज लैवल कैन बी रिप्रजेंटेड यूजिंग अ टर्म लो एंड हाई। ठीक है, ये आप एक टर्म लो करता और दूसरे करता आप हाई। इन फिगर ए लोअर ऑफ टू लैवल्स हैज़ बीन डेजिग्नेटेड एज लो। कहना इन्होंने दोनों के जो लोअर लैवल है उन्होंने आप डेजिग्नेट करता है लो लैवल ना, एंड हायर एज अ हाई लैवल। जो हाई होएगा आप हाई लैवल। एंड इन केस ऑफ फिगर बी लैवल्स आर वाइस वर्सा, जो हायर लैवल होएगा उन्होंने आप रिप्रजेंट करते हैं लो लैवल ना, और जो अपने को लोअर लैवल होएगा उतों आप रिप्रजेंट करांगे हाई देना। सो ਇਹਦਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਹਾਡੇ ਕੋਲ ਕੋਈ ਵੀ ਵੋਲਟੇਜ ਆਏਗੀ, ਅਗਰ ਮੈਂ ਦੋਨੇ ਐਟ ਦਾ ਸੇਮ ਟਾਈਮ ਦੇ ਉੱਪਰ ਕੰਮ ਨਹੀਂ ਕਰਨਗੇ, ਸਿਸਟਮ ਤੁਹਾਡਾ ਜਿਹੜਾ ਹੈ ਜਾਂ ਤਾਂ ਪੋਜ਼ਿਟਿਵ ਲੌਜਿਕ ਦੇ ਉੱਪਰ ਕੰਮ ਕਰੇਗਾ ਜਾਂ ਤੁਹਾਡਾ ਉਹ ਨੈਗੇਟਿਵ ਲੌਜਿਕ ਦੇ ਉੱਪਰ ਕੰਮ ਕਰੇਗਾ। ਪੋਜ਼ਿਟਿਵ ਲੌਜਿਕ ਦਾ ਮਤਲਬ ਕੀ ਹੈ ਕਿ ਅਗਰ ਤੁਹਾਡੇ ਕੋਲ ਵੋਲਟੇਜ 0 ਵੋਲਟ ਤੋਂ ਔਰ 1 ਵੋਲਟ ਦੇ ਵਿੱਚ ਜਾ ਰਹੀ ਹੈ ਤੇ ਤੁਹਾਡਾ ਜਿਹੜਾ ਸਿਸਟਮ ਹੈ ਉਹ ਕੀ ਅੰਡਰਸਟੈਂਡ ਕਰੇਗਾ, ਦਿਸ ਇਜ਼ 0। ਠੀਕ ਹੈ, ਅਗਰ ਤੁਹਾਡਾ ਵੋਲਟੇਜ ਥਰੂ ਅ ਵਾਇਰ 3.5 ਵੋਲਟ ਤੋਂ 5 ਵੋਲਟ ਦੇ ਵਿੱਚ ਜਾ ਰਹੀ, ਫॉर एग्जांपल 4.5 ਜਾ ਰਹੀ ਹੈ ਤੇ ਤੁਹਾਡਾ ਸਿਸਟਮ ਉਹਨੂੰ ਅੰਡਰਸਟੈਂਡ ਕੀ ਕਰੇਗਾ, 1 ਕਰੇਗਾ। ਕਲੀਅਰ, दैट इज़ नोन एज अ पॉजिटिव लॉजिक। सिमिलरली अगर आप नैगेटिव लॉजिक यूज़ कर रहे हैं ਉਹਦੇ ਵਿੱਚ ਕੀ ਹੋਏਗਾ, अगर ਤੁਹਾਡੇ ਕੋਲ वोल्टेज ਲੈਵਲ 0 ਵੋਲਟ ਟੂ 1 ਵੋਲਟ ਹੈ, ਠੀਕ ਹੈ, ਦੈਨ ਉੱਥੇ ਉਹਨੂੰ ਕੰਸੀਡਰ ਕਰਾਂਗੇ 1, मे बी 0.8 0.9 0.5 कोई भी वोल्टेज आ गई, डैट इज़ कंसीडर एज अ 1। सिमिलरली अगर ਤੁਹਾਡੇ ਕੋਲ ਨੈਗੇਟਿਵ ਲੌਜਿਕ ਦੇ ਵਿੱਚ ਜਿਹੜੀ ਵੋਲਟੇਜ ਹੈ 3.5 ਤੋਂ ਲੈ ਕੇ 5 ਵੋਲਟ ਦੇ ਵਿੱਚ ਆ ਰਹੀ ਹੈ, 3.6 ਆ ਗਈ, 3.7 ਆ ਗਈ, 4.1 ਆ ਗਈ, ਦੈਨ ਉਹਨੂੰ ਕੰਸੀਡਰ ਕੀ ਕਰਾਂਗੇ ਆਪਾਂ लो मीन्स ਕੀ ਹੋਏਗਾ, ਆਪਣੇ ਕੋਲ 0 ਹੋਏਗਾ। ठीक है, ਜਾਂ ਤਾਂ ਸਿਸਟਮ ਡਿਜ਼ਾਈਨ ਹੋਏਗਾ ਅਕੋਰਡਿੰਗ ਟੂ ਅ ਪੋਜ਼ਿਟਿਵ ਲੌਜਿਕ ਡਿਜ਼ਾਈਨ ਹੋਏਗਾ ਜਾਂ ਉਹ ਨੈਗੇਟਿਵ ਲੌਜਿਕ ਹੋਏਗਾ। ਹੁਣ ਦੇਖੋ ਨੋਇਸ ਪ੍ਰੋਬਲਮ ਕੀ ਹੁੰਦੀ ਹੈ, ਨੋਇਸ ਪ੍ਰੋਬਲਮ ਕੀ ਕਹਿੰਦੇ, ਆਪਣੇ ਕੋਲ ਵੋਲਟੇਜ ਹੁੰਦੀ ਹੈ, ਮੈਂ ਕਹਿੰਦਾ ਕਿ ਮੈਂ ਡਾਟਾ ਸੈਂਡ ਕਰ ਰਿਹਾ ਹਾਂ
ਜਿਹੜਾ ਹੈ 4 ਵੋਲਟ ਦੇ ਉੱਪਰ, ਠੀਕ ਹੈ 4 ਵੋਲਟ ਦੇ ਉੱਪਰ ਐਨਾਲੌਗ ਸਿਗਨਲ ਮੂਵ ਕਰ ਰਿਹਾ ਹੈ ਔਰ ਉਹਦੇ ਵਿੱਚ ਨੋਇਸ ਐਡ ਹੋ ਗਈ ਹੈ, ਨੋਇਸ ਐਡ ਹੋ ਗਈ ਮੇਰੇ ਕੋਲ 0.2 ਵੋਲਟ। ਸੋ ਟੋਟਲ ਸਿਗਨਲ ਕਿੰਨਾ ਬਣ ਗਿਆ 4.2 ਵੋਲਟ। 4.2 ਵੋਲਟ ਦਾ ਮਤਲਬ ਹੈ ਕਿ ਮੇਰਾ ਐਨਾਲੌਗ ਸਿਗਨਲ ਕੀ ਹੋ ਗਿਆ ਚੇਂਜ ਹੋ ਗਿਆ, ਦੈਟ ਮੀਨਸ ਉਹਦਾ ਮੀਨਿੰਗ ਕੀ ਹੋ ਗਿਆ ਚੇਂਜ ਹੋ ਗਿਆ, ਠੀਕ ਹੈ। ਸੋ ਜੋ ਐਕਚੁਅਲ ਇਨਫੋਰਮੇਸ਼ਨ ਸੀ ਉਹ ਕੀ ਹੋ ਗਈ ਤੁਹਾਡੀ ਚੇਂਜ ਹੋ ਗਈ। ਬਟ ਜਦੋਂ ਆਪਾਂ ਡਿਜੀਟਲ ਸਿਗਨਲ ਦੀ ਗੱਲ ਕਰਾਂਗੇ, ਮੰਨ ਲਓ ਕਿ ਤੁਹਾਡਾ ਸਿਗਨਲ ਤੁਸੀਂ ਸੈਂਡ ਕੀਤਾ ਉੱਥੇ 3.8 ਪਰ ਇਨ ਬਿਟਵੀਨ ਰਸਤੇ ਦੇ ਵਿੱਚ ਉਹ ਕੀ ਹੋ ਗਿਆ 4.5। ਅਗਰ ਉਹ 3.8 ਤੋਂ 4 ਪੁਆਇੰਟ ਚੇਂਜ ਵੀ ਹੋ ਜਾਂਦਾ ਹੈ ਲੇਕਿਨ ਉਹ ਇਸ ਰੇਂਜ ਦੇ ਵਿੱਚ ਲਾਈ ਕਰ ਰਿਹਾ ਹੈ ਔਰ ਜਦੋਂ ਉਹਨੂੰ ਸਿਗਨਲ 4.8 ਚਾਹੇ ਰਿਸੀਵ ਹੋ ਰਿਹਾ ਹੈ ਤੇ ਦੈਨ ਉਹ ਚੈੱਕ ਕਰੇਗਾ ਕਿ ਉਹ ਕੀ ਇਸ ਰੇਂਜ ਵਿੱਚ ਹੈ। ਅਗਰ ਉਹ ਇਸ ਰੇਂਜ ਵਿੱਚ ਹੈ ਤਾਂ ਉਹਨੂੰ ਕੀ ਉਹ 1 ਹੀ ਕੰਸੀਡਰ ਕਰੇਗਾ, ਉਹਨੂੰ ਉਹ 0 ਕੰਸੀਡਰ ਨਹੀਂ ਕਰੇਗਾ। ਸੋ ਡੈਟਸ ਵਾਈ ਡਿਜੀਟਲ ਸਿਗਨਲ ਦੇ ਵਿੱਚ ਜਿਹੜੀ ਨੋਇਸ ਪ੍ਰੋਬਲਮ ਹੈ, ਅਗਰ ਨੋਇਸ ਬਹੁਤ ਘੱਟ ਹੈ ਤੇ ਡਿਜੀਟਲ ਸਿਗਨਲ ਦੇ ਵਿੱਚ ਨੋਇਸ ਦਾ ਇਫੈਕਟ ਨਹੀਂ ਪੈਂਦਾ ਹੈ। ਬਟ ਜਦੋਂ ਆਪਣੇ ਕੋਲ ਐਨਾਲੌਗ ਸਿਗਨਲ ਹੈ ਉਹਦੇ ਵਿੱਚ ਜਿਹੜਾ ਨੋਇਸ ਦਾ ਇਫੈਕਟ ਹੈ ਉਹ ਬਹੁਤ ਜ਼ਿਆਦਾ ਹੈ। ਦੇਖ ਰਿਹਾ ਕਿ ਵੋਲਟੇਜ ਥੋੜੀ ਬਹੁਤੀ ਵੀ ਚੇਂਜ ਵੀ ਹੋ ਜਾਏ ਤਾਂ 1 ਦਾ 1 ਹੀ ਰਹੇਗਾ, ਉਹਦਾ 0 ਨਹੀਂ ਹੈ, ਕਿਉਂਕਿ ਡਿਜੀਟਲ ਸਿਗਨਲ ਜਾਂ 1 ਹੁੰਦਾ ਹੈ ਜਾਂ ਆਪਣੇ ਕੋਲ ਕੀ ਹੁੰਦਾ ਹੈ 0 ਹੁੰਦਾ ਹੈ। So this is a way to represent a digital signal through a positive logic as well as a negative logic। ठीक है, याद रखना कि अगर 0 का मीन्स क्या होगा 0 वोल्ट टू 1 वोल्ट, अगर वोल्टेज इस ਵਿੱਚ आ रही तो 0 होएगा, अगर वोल्टेज इस ਵਿੱਚ आ रही है तो वो 1 होएगा। नेगेटिव लॉजिक ਵਿੱਚ अगर अपने को 0 to 1 वोल्ट आ रही है और मीन्स 1 होएगा, अगर वोल्टेज 3.5 वोल्ट टू 5 वोल्ट आ रही है और मीन्स की होएगा 0 होएगा। क्लियर। सो इन टू लेवल शोन इन फिगर द वोल्टेज लेवल इज नॉट फिक्स। वोल्टेज लेवल देखो फिक्स नहीं है, एनी वोल्टेज लेवल बिटवीन 0 to 1 वोल्ट इज कंसिडर्ड एज लॉजिक 0। ये जो भी वोल्टेज होगी उन्होंने आप कंसिडर करेंगे लॉजिक 0 जो कि हमने डिस्कस कर चुके हैं। एंड वोल्टेज लेवल 3.5 to 5 वोल्ट इज कंसिडर्ड एज अ लॉजिक हाई होएगा। और इनू आप 0 लो नू आप 0 भी कह सकते हैं और 1 भी कह सकते हैं। बट बेसिकली दिस इज नॉट एक्चुअली 0 एंड 1। इन टैक्नीकली आप उत्थे यूज़ करते हैं लॉजिक 0 एंड लॉजिक 1। क्यों लॉजिक 1 यूज़ कर रहे हैं? क्योंकि उत्थे एग्जैक्ट वैल्यू 0 नहीं है, एग्जैक्ट वैल्यू 1 नहीं है, और अपने को रेंज है। वोल्टेज लेवल 0.1 भी हो सकता है, 0.2 0.3 भी हो सकता है, 0.4 भी हो सकता है। सो इस करके उन्होंने नाम दिता है लॉजिक 0 और बेसिकली लॉजिक 1 उत्थे आप यूज़ करते हैं इंस्टेड ऑफ 0 एंड 1। बट नॉर्मल उत्थे आप वर्ड यूज़ करेंगे 0 एंड 1, उसका मतलब ही ये होएगा लॉजिक 0 एंड लॉजिक 1। इनू आप ऑन एंड ऑफ भी कह सकते हैं। ऑन मीन्स 1, ऑफ मीन्स 0। ट्रू और फॉल्स भी कह सकते हैं। ट्रू मीन्स 1, फॉल्स मीन्स की होएगा अपने को 0 होएगा। ठीक है। सपोज इनकमिंग वोल्टेज इज 0.8 वोल्ट, डिवाइस और कंपोनेंट कंसिडर्ड एज लॉजिक 0। सिमिलरली ठीक है, कहता कि अगर अपने कोई पॉजिटिव लॉजिक की गल करिए, अगर मेरे को वोल्टेज 0.8 आ रही है, ठीक है, वो ये लाई कर रही है तो जो डिवाइस है वो की करेगा लॉजिक 0 कंसिडर करेगा, दिस इज 0 है। सिमिलरली इफ वोल्टेज 3.9 आ रही है और 4.8 एटसेट्रा आ रही है देन इट कंसिडर एज अ लॉजिक 1। अगर वोल्टेज इस लैवल के आ रही है तो देन की होएगा इट विल कंसिडर एज अ 1। क्लीयर। सो नेक्स्ट इज डिजिटल सिग्नल ਜਿਹੜਾ ਹੈ इट इज़ measured in terms of bit interval as well as a bit। ਜਿੱਦਾਂ ਕਿ ਆਪਾਂ ਐਨਾਲੌਗ ਸਿਗਨਲ ਦੇ ਵਿੱਚ ਦੇਖਿਆ ਸੀਗਾ ਐਂਪਲੀਟਿਊਡ ਹੋ ਗਿਆ, ਠੀਕ ਹੈ, ਪੀਰੀਅਡ ਹੋ ਗਿਆ, ਫ੍ਰੀਕੁਐਂਸੀ ਹੋ ਗਿਆ, ਫੇਸ ਹੋ ਗਿਆ, ਉਹਨਾਂ ਦੇ ਮਦਦ ਨਾਲ ਆਪਾਂ ਐਨਾਲੌਗ ਸਿਗਨਲ ਨੂੰ ਮੈਜ਼ਰ ਕਰਦੇ ਸੀਗੇ। डिजिटल सिग्नल ਨੂੰ ਮੈਜ਼ਰ ਕਰਨ ਲਈ ਆਪਾਂ ਜਿੱਥੇ ਟਰਮ ਯੂਜ਼ ਕਰਦੇ ਹਾਂ ਡੈਟ ਇਜ਼ ਨੋਨ ਐਜ਼ ਅ ਬਿਟ ਇੰਟਰਵਲ ਐਜ਼ ਵੈਲ ਐਜ਼ ਅ ਬਿਟ ਰੇਟ ਹੈ। ਸੋ ਬਿਟ ਇੰਟਰਵਲ ਕੀ ਕਹਿ ਰਿਹਾ ਹੈ? ਬਿਟ ਇੰਟਰਵਲ ਇਜ਼ ਦਾ ਟਾਈਮ ਰਿਕੁਆਇਰਡ ਟੂ ਸੈਂਡ ਅ ਵਨ ਸਿੰਗਲ ਬਿਟ। ਇੱਕ ਸਿੰਗਲ ਬਿਟ ਨੂੰ ਇੱਕ ਪਰਟੀਕੂਲਰ ਜਗ੍ਹਾ ਤੋਂ ਕ੍ਰਾਸ ਹੋਣ ਲਈ ਸੈਂਡ ਕਰਨ ਲਈ ਕਿੰਨਾ ਟਾਈਮ ਲੱਗਦਾ ਹੈ ਇਨ ਸੈਕਿੰਡ, ਡੈਟ ਇਜ਼ ਨੋਨ ਐਜ਼ ਅ ਬਿਟ ਇੰਟਰਵਲ। ਜਸਟ ਲਾਈਕ ਅ ਪੀਰੀਅਡ ਅਗਰ ਆਪਾਂ ਐਨਾਲੌਗ ਸਿਗਨਲ ਦੇ ਉਹਦੇ ਵਿੱਚ ਸੀਗਾ ਕਿ ਇੱਕ ਸਾਈਕਲ ਨੂੰ ਕੰਪਲੀਟ ਹੋਣ ਲਈ ਕਿੰਨੇ ਸੈਕਿੰਡ ਲੱਗਦੇ ਆ, ਡੈਟ ਇਜ਼ ਨੋਨ ਐਜ਼ ਅ ਪੀਰੀਅਡ। ਇਹਦੇ ਵਿੱਚ ਇੱਕ ਬਿਟ ਨੂੰ ਸੈਂਡ ਕਰਨ ਲਈ ਇੱਕ ਪਰਟੀਕੂਲਰ ਜਗ੍ਹਾ ਤੋਂ ਟ੍ਰਾਂਸਫਰ ਕਰਨ ਲਈ ਕਿੰਨਾ ਟੋਟਲ ਟਾਈਮ ਲੱਗ ਰਿਹਾ ਹੈ, ਡੈਟ ਇਜ਼ ਨੋਨ ਐਜ਼ ਅ ਬਿਟ ਇੰਟਰਵਲ। ਠੀਕ ਹੈ। ਸੋ ਬਿਟ ਰੇਟ ਕੀ ਹੋਏਗਾ? ਬਿਟ ਰੇਟ ਇਜ਼ ਦਾ ਨੰਬਰ ਆਫ ਬਿਟ ਇੰਟਰਵਲਸ ਪਰ ਸੈਕਿੰਡ। ਇੱਕ ਸੈਕਿੰਡ ਦੇ ਵਿੱਚ ਕਿੰਨੀਆਂ ਬਿਟਸ ਕ੍ਰਾਸ ਹੋ ਰਹੀਆਂ ਹੈ, ਡੈਟ ਇਜ਼ ਨੋਨ ਐਜ਼ ਅ ਬਿਟ ਰੇਟ। ਦਿਸ ਮੀਨਸ ਦੈਟ ਦਾ ਬਿਟ ਰੇਟ इज़ द नंबर ऑफ बिट सेंट इन 1 सेकेंड। एक सैकेंड ਦੇ ਵਿੱਚ ਕਿੰਨੀਆਂ ਬਿਟ ਆਪਾਂ ਕ੍ਰਾਸ ਕਰ ਸਕਦੇ ਹਾਂ, ਡੈਟ ਇਜ਼ ਨੋਨ ਐਜ਼ ਅ ਬਿਟ ਰੇਟ। ਐਂਡ ਇਹਨੂੰ ਆਪਾਂ ਮੈਜ਼ਰ ਕਰਦੇ ਹਾਂ ਬਿਟਸ ਪਰ ਸੈਕਿੰਡ। ਬਿਟਸ ਦਾ ਮਤਲਬ ਹੁੰਦਾ ਹੈ ਕਿ 1 ਔਰ 0। ਜਦੋਂ ਵੀ ਆਪਾਂ ਬਿਟ ਦੀ ਗੱਲ ਕਰਾਂਗੇ, ਜਦੋਂ 1 ਔਰ 0 ਦੀ ਗੱਲ ਕਰਾਂਗੇ ਉੱਥੇ ਆਪਾਂ ਡਿਜਿਟ ਵਰਡ ਯੂਜ਼ ਨਹੀਂ ਕਰਾਂਗੇ, ਉੱਥੇ ਕੀ ਆਪਾਂ ਵਰਡ ਯੂਜ਼ ਕਰ ਦਾਂਗੇ ਬਿਟ। ਇਹਦੀ ਫੁੱਲ ਫਾਰਮ ਹੁੰਦੀ ਆ ਬਾਈਨਰੀ ਡਿਜਿਟ। ਬਿਟ ਦੀ ਫੁੱਲ ਫਾਰਮ ਹੈ ਬਾਈਨਰੀ डिजिट। ਇਹਦੀ ਵੈਲਿਊ 0 ਹੋ ਸਕਦੀ ਹੈ ਜਾਂ 1 ਹੋ ਸਕਦੀ ਹੈ। ਇੰਟਰਵਲ ਕੀ ਕਹਿ ਰਿਹਾ ਹੈ ਕਿ ਇੱਕ ਬਿਟ ਨੂੰ
ਸੈਂਡ ਕਰਨ ਲਈ ਕਿੰਨਾ ਟਾਈਮ ਲੱਗਦਾ ਹੈ, ਡੈਟ ਇਜ਼ ਨੋਨ ਐਜ਼ ਅ ਬਿਟ ਇੰਟਰਵਲ। ਬਿਟ ਰੇਟ ਕੀ ਹੋਏਗਾ ਕਿ ਆਪਣੇ ਕੋਲ ਕਿੰਨੀਆਂ ਨੰਬਰ ਆਫ ਬਿਟ 1 ਸੈਕਿੰਡ ਦੇ ਵਿੱਚ ਕ੍ਰਾਸ ਹੋ ਰਹੀਆਂ ਫਰੋਮ ਪਾਰਟੀਕੂਲਰ ਪੁਆਇੰਟ, ਡੈਟ ਇਜ਼ ਨੋਨ ਐਜ਼ ਅ ਬਿਟ ਇੰਟਰਵਲ। ਇਹਦੇ ਨਾਲ ਆਪਾਂ ਉਹਦੀ ਸਪੀਡ ਮੇਜਰ ਕਰ ਸਕਦੇ ਹਾਂ ਕਿ ਮੇਰੇ ਕੋਲ ਜਿਹੜਾ ਡਿਜੀਟਲ ਸਿਗਨਲ ਹੈ ਉਹਦੀ ਕਿੰਨੀ ਸਪੀਡ, ਜਿੰਨੀਆਂ ਜ਼ਿਆਦਾ ਬਿਟ ਟ੍ਰਾਂਸਫਰ ਹੋਣਗੀਆਂ ਪਰ ਸੈਕਿੰਡ ਉਨੀ ਸਪੀਡ ਜ਼ਿਆਦਾ ਹੋਏਗੀ ਉਹ ਦੈਟ ਡਿਜੀਟਲ ਸਿਗਨਲ ਦੀ। ठीक है, सो बिट स्टैंड्स फॉर अ बाइनरी डिजिट। द स्पीड ऑफ डिजिटल सिग्नल्स मेजर्स इन टर्म्स ऑफ बाइट्स पर सेकंड। स्मॉलेस्ट यूनिट है क्योंकि घट्टो घट्ट अगर आप ए भी भेजना है तो ए भी इन द फॉर्म ऑफ बाइट्स होंगे। ठीक है, सो बाइट्स हो सकती हैं किलो बाइट्स, मैगा बाइट, गीगा बाइट एंड एटसेट्रा। सो डिजिटल सिग्नल को मेजर करने लिए आप उत्थे वर्ड यूज करांगे बाइट पर सैकेंड, या किलो बाइट्स हो गई, या मैगाबाइट्स हो गई पर सेकंड, या जीबी हो गया, गीगाबाइट पर सेकंड हो गई। सो इट इज़ एक्सप्रेस इन बिट्स और यू कैन से बाइट पर सेकंड। सो जो भी आप डिजिटल सिग्नल मेजर करना है उत्थे आप ये टर्म यूज करांगे बिट इंटरवल एज वेल एज अ बिट रेट। एक बिट वास्ते बिट इंटरवल, और बिट रेट इज कॉरस्पॉन्डिंग टू अ फ्रीक्वेंसी इन द एनालॉग सिग्नल। और नंबर ऑफ साइकिल पर सेकंड सी, ये नंबर ऑफ बिट्स होंगे लाइक दिस। मतलब कि इस पॉइंट के उपर कितनियां बिट क्रॉस हो रही है वो की होएगी, उसकी स्पीड होएगी, उन्होंने की कहांगे आप बिट रेट कहांगे। सो नैक्सट है दैट इज द लास्ट टॉपिक ऑफ दिस चैप्टर, दैट इज अ वेरी वेरी इंपॉर्टेंट फ्रॉम एग्जामिनेशन पॉइंट। देयर इज टू बेसिक डिफरेंट क्वेश्चन इंपॉर्टेंट एग्जाम फ्रॉम एग्जामिनेशन पॉइंट ऑफ व्यू। वन इज द डिफरेंस बिटवीन एनालॉग एंड डिजिटल सिग्नल, एंड सैकेंड इज द एप्लीकेशन एंड एडवांटेजेस ऑफ अ डिजिटल सिग्नल। आप सारा बेसिकल डिस्कस कर चुके हैं, एक बार आप वन बाय वन देख लीजिए। सो बेसिक ऑफ कंपैरिजन, किस ब्याज के उपर आप कंपैरिजन कर रहे हैं। पहला की कह रहा है एनालॉग सिग्नल इज अ कॉन्टीन्यूस सिग्नल, जैसे कि आप डिस्कस करता है डैट चेंजेस ओवर अ टाइम पीरियड। टाइम के नाल की आ वेव चेंज सिग्नल की चेंज होता जाता, कॉन्टीन्यूस सिग्नल होएगा। एनालॉग सिग्नल इज अ डिस्क्रीट वेव दैट कैरी इनफॉर्मेशन इन अ बाइनरी फॉर्म। ਜਿਹੜਾ ਇਹ सिग्नल है ये डिस्क्रीट लैवल ਦੇ ਵਿੱਚ ਕੀ ਹੋਏਗਾ, ਚੇਂਜ ਹੋਏਗਾ, ਜਿਹੜਾ ਕਿ ਬਾਈਨਰੀ ਇਨਫੋਰਮੇਸ਼ਨ ਨੂੰ ਕੀ ਕਰੇਗਾ, ਕੈਰੀ ਕਰੇਗਾ। ਕਲੀਅਰ। ਦੈਨ ਐਨਾਲੌਗ ਰਿਪਰੈਜ਼ੈਂਟੇਸ਼ਨ, ਐਨਾਲੌਗ ਸਿਗਨਲ ਨੂੰ ਆਪਾਂ ਸਾਈਨ ਵੇਵ ਨਾਲ ਰਿਪਰੈਜ਼ੈਂਟ ਕਰਦੇ ਹਾਂ, ਆਪਾਂ ਦੇਖ ਲਿਆ ਸੀਗਾ, ਔਰ ਡਿਜੀਟਲ ਸਿਗਨਲ ਨੂੰ ਆਪਾਂ ਸਕੁਅਰ ਵੇਵ ਨਾਲ ਕੀ ਕਰ ਰਹੇ ਹਾਂ, ਰਿਪਰੈਜ਼ੈਂਟ ਕਰ ਰਹੇ ਹਾਂ। ਕਲੀਅਰ। ਉਸ ਤੋਂ ਬਾਅਦ ਹੈ ਡਿਸਕ੍ਰਿਪਸ਼ਨ। ਐਨਾਲੌਗ ਨੂੰ ਆਪਾਂ ਡਿਸਕ੍ਰਾਈਬ ਕੀਤਾ ਹੋਣੀ ਐਂਪਲੀਟਿਊਡ, ਪੀਰੀਅਡ ਔਰ ਫ੍ਰੀਕੁਐਂਸੀ ਐਂਡ ਅ ਫੇਜ਼, ਹੁਣੇ ਆਪਾਂ डिस्कस कर चुके हैं। ठीक है, जो भी उन्होंने डिस्क्राइब करना है, जो आप एनालॉग की गल करांगे उत्थे आप एंपलीट्यूड, पीरियड और फ्रीक्वेंसी की गल करांगे। सिमिलरली इन केस ऑफ अ डिजिटल सिग्नल इज डिस्क्राइब्ड बाय बिट रेट और अ बिट इंटरवल। जो आप बिट रेट और बिट इंटरवल की गल करांगे डैट मीनस आप उत्थे डिजिटल सिग्नल की गल कर रहे हैं। दैन इज रेंज। एनालॉग सिग्नल हैज़ नो फिक्स रेंज। जे कि आप देखा 0 to 5 वोल्ट, 0 to 100 वोल्ट हो सकती है, या 0 डिग्री टू 100 डिग्री सैल्सीयस हो सकता है। सो एनालॉग सिग्नल की कोई भी फिक्स रेंज नहीं होती है। बट इन केस ऑफ अ डिजिटल सिग्नल हैज़ ए फाइनाइट नंबर और टू डिस्क्रीट लेवल, दैट इज़ अ 0 एंड अ 1। ठीक है, ये दो ही फाइनाइट नंबर होंगे, या 0 होएगा या की होएगा 1 होएगा। बट जी अपने को एनालॉग सिग्नल ये कोई भी फिक्स रेंज नहीं होएगी। ठीक है, जिदा तुहाडे आपां स्पीडोमीटर की गल करिए, एक्टिवा की 0 लैके 100 तक स्पीड होंगी है। अगर इदा मोटरसाइकिल की गल करिए 0 लैके 120 की है, गड्डी की 0 लैके 80 स्पीड हो सकती है। सो एनालॉग सिग्नल की कोई फिक्स रेंज नहीं होएगी कि सिर्फ इस रेंज में अगर सिग्नल होगा, एनालॉग सिग्नल होएगा और जी रेंज है कोई भी हो सकती है। ठीक है। नैक्सट डिफरेंस इज डिस्टॉर्शन। एनालॉग सिग्नल की सीगा सिग्नल जो डिस्टॉर्ट हो जाता है। आप हुणे एग्जाम्पल करके देखिया जी प्रॉब्लम सीगियां दैट इज एसोसीएटेड विद एनालॉग सिग्नल कि सिग्नल जो तुहाडा डिस्टॉर्ट हो जाता है जो सिग्नल एक जगह तो दूसरी जगह ट्रांसफर होंदा सीगा ड्यू टू द एंपलीफायर एंड सो ऑन। बट ये डिजिटल सिग्नल की होएगा तुहाडा जिहड़ा डिस्टॉर्शन है बहुत ही घट होएगी। डिस्टॉर्शन का मतलब होंदा कि आउट ऑफ शेप, नॉन लिनियरिटी। सिग्नल सेम मिलेगा जो तुसीं सेंड किया सीगा। सिमिलरली एग्जाम्पल अगर की गल करिए, ह्यूमन वॉइस इज़ द बेस्ट एग्जाम्पल ऑफ अ एनालॉग सिग्नल। जी आप बोल रहे हैं जी बेस्ट एग्जाम्पल हो दैट इज़ अ एनालॉग सिग्नल है ह्यूमन वॉइस। सिग्नल यूज फॉर ट्रांसमिशन इन कंप्यूटर आर अ डिजिटल सिग्नल। तो जो डाटा स्टोर इन फॉर्म ऑफ बिट्स 1 और 0 होंदा है दैट इज़ अ एग्जाम्पल ऑफ अ डिजिटल सिग्नल होएगा। नॉइस प्रॉब्लम, जी नॉइस है वो सिग्नल ज़्यादा इफेक्ट करती है इन केस ऑफ अ एनालॉग सिग्नल। पर जो डिजिटल सिग्नल है
ਨੋਇਸ ਦਾ ਉੱਤੇ ਅਸਰ ਬਹੁਤ ਹੀ ਘੱਟ ਹੁੰਦਾ ਹੈ। ਹਾਂ, ਅਗਰ ਬਹੁਤ ਜ਼ਿਆਦਾ ਨੋਇਸ ਹੋਏਗੀ ਦੈਨ ਉਹ ਇਫੈਕਟ ਕਰੇਗੀ, ਬਟ ਅਗਰ ਮਾਈਨਰ ਨੋਇਸ ਹੈ ਤੇ ਡਿਜੀਟਲ ਸਿਸਟਮ ਦੇ ਸਿਗਨਲ ਦੇ ਉੱਪਰ ਕੋਈ ਵੀ ਫਰਕ ਨਹੀਂ ਪੜੇਗਾ। ਬਟ ਅਗਰ ਆਪਾਂ ਐਨਾਲੌਗ ਦੀ ਗੱਲ ਕਰੀਏ, ਨੋਇਸ ਦਾ ਜਿਹੜਾ ਇਫੈਕਟ ਹੈ ਜ਼ਿਆਦਾ ਪੈਂਦਾ ਹੈ ਇਨ ਕੇਸ ਆਫ ਆ ਡਿਜੀਟਲ ਸਿਗਨਲ ਵਿਚ ਕਾਜ਼ ਰਿਡਿਊਸ ਐਕੂਰੇਸੀ। ਓਬਵੀਅਸ ਹੈ ਕਿ ਅਗਰ ਸਿਗਨਲ ਚੇਂਜ ਹੋਏਗਾ ਤੇ ਤੁਹਾਡੇ ਜਿਹੜਾ ਸਿਗਨਲ ਦੀ ਐਕੂਰੇਸੀ ਹੈ ਉਹ ਵੀ ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ। ਨੈਕਸਟ ਇਜ਼ ਅ ਬੈਂਡ ਵਿਡਥ। ਬੈਂਡ ਵਿਡਥ ਦਾ ਬੇਸਿਕਲੀ ਪੰਜਾਬੀ 'ਚ ਮਤਲਬ ਇਹ ਹੈ ਕਿ ਰਸਤਾ, ਜਿੰਨਾ ਰਸਤਾ ਜ਼ਿਆਦਾ ਖੁੱਲ੍ਹਾ ਹੋਏਗਾ ਡਾਟੇ ਦੀ ਸਪੀਡ ਉਨੀ ਜ਼ਿਆਦਾ ਹੋਏਗੀ, ਜਿੰਨਾ ਰਸਤਾ ਘੱਟ ਹੋਏਗਾ ਉਨੀ ਸਪੀਡ ਜਿੰਨੀ ਡਾਟਾ ਛੋਟਾ ਹੋਏਗਾ ਉਨੀ ਸਪੀਡ ਘੱਟ ਹੋਏਗੀ, ਜਿੰਨਾ ਰਸਤਾ ਜ਼ਿਆਦਾ ਖੁੱਲ੍ਹਾ ਹੋਏਗਾ ਉਨੀ ਸਪੀਡ ਜ਼ਿਆਦਾ ਹੋਏਗੀ। ਉਹ ਕਹਿੰਦਾ ਕਿ ਇੱਕ ਚੈਨਲ ਜਿਹੜਾ ਹੈ, ਚੈਨਲ ਮੀਨਸ ਕੋਈ ਵੀ ਵਾਇਰ ਜਿਹੜੀ ਹੈ, ਮੇ ਬੀ ਅ ਵਾਇਰਡ ਹੈ ਔਰ ਮੇ ਬੀ ਵਾਇਰਲੈਸ ਹੈ, ਜਿਹੜਾ ਐਨਾਲੌਗ ਸਿਗਨਲ ਹੈ ਉਹ ਬੈਂਡ ਵਿਡਥ ਜਿਹੜੀ ਘੱਟ ਕੰਜ਼ਿਊਮ ਕਰਦਾ ਹੈ, ਬਿਕੋਜ਼ ਉਹ ਡਾਇਰੈਕਟ ਹੈ 5 ਵੋਲਟ ਹੈ ਜਾਂ 6 ਵੋਲਟ ਹੈ ਜਾਂ 7 ਵੋਲਟ ਹੈ, ਇਸ ਫਾਰਮ ਦੇ ਵਿੱਚ ਡਾਟਾ ਕੀ ਮੂਵ ਕਰ ਰਿਹਾ। ਬਟ ਜਿਹੜਾ ਤੁਹਾਡਾ ਡਿਜੀਟਲ ਸਿਗਨਲ ਹੈ ਇਹ ਇਟ ਕੰਜ਼ਿਊਮ ਹੈ ਮੋਰ ਬੈਂਡਵਿਡਥ। ਮੋਰ ਬੈਂਡਵਿਡਥ ਤਾਂ ਕਿਉਂਕਿ ਅਗਰ ਇੱਕ ਪਰਟੀਕੂਲਰ 5 ਵੋਲਟਸ ਹੈ, ਅਗਰ ਤੁਸੀਂ ਉਹਨੂੰ ਸੈਂਪਲਿੰਗ ਕਰੋਗੇ ਡਿਜੀਟਲ ਸਿਗਨਲ ਦੇ ਵਿੱਚ, ਔਰ ਇਟ ਵਿਲ ਕੰਟੇਨ ਆ ਨੰਬਰ ਆਫ ਬਿਟਸ ਹੋਣਗੀਆਂ, ਬਹੁਤ ਸਾਰੀਆਂ ਬਿਟਸ ਆਣਗੀਆਂ, ਡੈਟਸ ਵਾਈ ਉਹ ਚੈਨਲ ਦੀ ਜਿਹੜੀ ਬੈਂਡਵਿਡਥ ਹੈ ਜ਼ਿਆਦਾ ਕੰਜ਼ਿਊਮ ਕਰੇਗਾ ਐਜ਼ ਕੰਪੇਅਰ ਟੂ ਆ ਐਨਾਲੌਗ ਸਿਗਨਲ। ਐਨਾਲੌਗ ਸਿਗਨਲ ਜਿਹੜੀ ਸਿਕਿਉਰਿਟੀ ਹੁੰਦੀ ਹੈ ਉਹ ਬਹੁਤ ਘੱਟ ਹੁੰਦੀ ਹੈ, ਦੇ ਕੈਨ ਬੀ ਈਜ਼ੀਲੀ ਹੈਕਡ ਬਾਈ ਦਾ ਹੈਕਰ। ਠੀਕ ਹੈ, ਇਹਦੇ ਵਿੱਚ ਕੋਈ ਵੀ ਇਨਕ੍ਰਿਪਸ਼ਨ ਮੈਥਡ ਨਹੀਂ ਹੈ ਜਿਹੜਾ ਕਿ ਡਾਟਾ ਨੂੰ ਇੱਕ ਫਾਰਮ ਦੇ ਵਿੱਚ ਦੂਸਰੀ ਫਾਰਮ ਦੇ ਵਿੱਚ ਕਨਵਰਟ ਕਰ ਦੇ। ਅਗਰ ਕੋਈ ਵੀ ਤਰ੍ਹਾਂ ਸਪੈਸ਼ਲੀ ਵਾਇਰਲੈਸ ਸਿਗਨਲ ਹੈ ਤੇ ਰਸਤੇ ਦੇ ਵਿੱਚ ਆਪਾਂ ਕੋਈ ਵੀ ਐਨਾਲੌਗ ਜਿਹੜਾ ਡਿਵਾਈਸ ਹੁੰਦਾ ਹੈ ਉਹਨੂੰ ਯੂਜ਼ ਕਰਕੇ ਬੇਬੀ ਮੋਨੀਟਰ ਨੂੰ ਹੈਕ ਕਰ ਸਕਦੇ ਸਿਗਨਲ ਨੂੰ। ਬਟ ਡਿਜੀਟਲ ਸਿਗਨਲ ਤੁਹਾਡਾ ਮੋਰ ਸਿਕਿਉਰ ਹੈ ਡਿਊ ਟੂ ਦਾ ਇਨਕ੍ਰਿਪਸ਼ਨ। ਇਨਕ੍ਰਿਪਸ਼ਨ ਦਾ ਮਤਲਬ ਹੁੰਦਾ ਹੈ ਕਿ ਆਪਾਂ ਕੋਡ ਵਰਡ ਦੇ ਵਿੱਚ ਡਾਟਾ ਸੈਂਡ ਕਰਦੇ ਹਾਂ, ਤੇ ਕੋਈ ਡਾਟਾ ਸੈਂਡ ਕਰਨਾ ਹੈ ਉਹਨੂੰ ਆਪਾਂ ਪਹਿਲਾਂ ਕੋਡ ਵਰਡ ਦੇ ਵਿੱਚ ਸੈਂਡ ਕੀਤਾ ਹੈ, ਡੈਟ ਇਜ਼ ਨੋਨ ਐਜ਼ ਅ ਇਨਕ੍ਰਿਪਸ਼ਨ। ਦੈਨ ਉਹਨੂੰ ਆਪਾਂ ਮੀਡੀਆ ਦੇ ਉੱਪਰ ਟ੍ਰਾਂਸਫਰ ਕਰਤਾ ਹੈ। ਅਗਰ ਰਸਤੇ ਵਿੱਚ ਕੋਈ ਵੀ ਅਨਆਥੋਰਾਈਜ਼ਡ ਯੂਜ਼ਰ ਕੋਡ ਅਸੈਸ ਕਰ ਲਏਗਾ ਬਟ ਉਹਨੂੰ ਐਕਚੁਅਲ ਡਾਟਾ ਨਹੀਂ ਜਾਏਗਾ। ਸੋ ਡਿਜੀਟਲ ਸਿਗਨਲ ਤੁਹਾਡਾ ਜਿਹੜਾ ਮੋਰ ਸਿਕਿਉਰ ਹੁੰਦਾ ਹੈ ਐਜ਼ ਕੰਪੇਅਰ ਟੂ ਆ ਐਨਾਲੌਗ ਸਿਗਨਲ। ਡਾਟਾ ਸਟੋਰੇਜ। ਡਾਟਾ ਸਟੋਰੇਜ ਆਫ ਐਨਾਲੌਗ ਸਿਗਨਲ ਇਨ ਵੇਵ ਸਿਗਨਲ ਫਾਰਮ, ਠੀਕ ਹੈ, ਵੇਵ ਸਿਗਨਲ ਫਾਰਮ ਦੀ ਵੀ ਸਟੋਰ ਹੁੰਦਾ ਹੈ, ਔਰ ਡਿਜੀਟਲ ਸਿਗਨਲ ਸਟੋਰ ਇਨ ਦਾ ਬਾਈਨਰੀ ਬਿਟ ਫਾਰਮ ਦੇ ਵਿੱਚ ਹੋਏਗਾ। ਇੰਪੀਡੈਂਸ ਦਾ ਨੈਕਸਟ ਇੰਪੀਡੈਂਸ ਦਾ ਮਤਲਬ ਹੋਇਆ ਕਿ ਰੈਜ਼ਿਸਟ ਦਾ ਕਰੰਟ ਜਾਂ ਇੰਪੀਡੈਂਸ ਆਫ ਦਾ ਐਨਾਲੌਗ ਸਿਗਨਲ ਇਜ਼ ਲੋ। ਦੈਟ ਮੀਨਸ ਕੀ ਹੈ ਕਿ ਜਿਹੜਾ ਡਿਜੀਟਲ ਸਿਗਨਲ ਐਨਾਲੌਗ ਸਿਗਨਲ ਹੈ ਉਹਦੀ ਜਿਹੜੀ ਇੰਪੀਡੈਂਸ ਹੁੰਦੀ ਹੈ ਬਹੁਤ ਲੋ ਹੁੰਦੀ ਹੈ, ਦੈਟ ਮੀਨਸ ਕਰੰਟ ਦੀ ਡਿਸਟੈਂਸ ਬਹੁਤ ਘੱਟ ਹੁੰਦੀ ਹੈ। ਬਟ ਇਨ ਕੇਸ ਆਫ ਅ ਡਿਜੀਟਲ ਸਿਗਨਲ ਜਿਹੜੀ ਇੰਪੀਡੈਂਸ ਹੈ ਦੈਟ ਇਜ਼ ਵੈਰੀ ਹਾਈ। ਨੈਕਸਟ ਇਜ਼ ਪਾਵਰ ਕੰਜ਼ਪਸ਼ਨ। ਐਨਾਲੌਗ ਜਿਹੜੇ ਡਿਵਾਈਸਿਸ ਹੈ ਸਿਗਨਲ ਹੈ ਦੇ ਯੂਜ਼ ਅ ਮੋਰ ਪਾਵਰ, ਕਿਉਂਕਿ ਉਹ ਦੇ ਗੈਟ ਅਟੈਨੂਏਟਡ ਜਲਦੀ, ਜਦੋਂ ਕੁਛ ਡਿਸਟੈਂਸ ਕਵਰ ਕਰਦੇ ਆ ਤੇ ਉਹ ਕੀ ਹੁੰਦੇ ਆ, ਅਟੈਨੂਏਟ ਹੋ ਜਾਂਦੇ ਆ। ਦੈਨ ਦੇ ਰਿਕੁਆਇਰ ਅ ਪਾਵਰ ਟੂ ਰੀਜਨਰੇਟ। ਠੀਕ ਹੈ, ਦੁਬਾਰਾ ਨੂੰ ਸਟਰੈਂਥਨ ਕਰਨ ਲਈ ਹੁਣ ਦੁਬਾਰਾ ਪਾਵਰ ਚਾਹੀਦੀ ਹੈ। ਸੋ ਦੈਟਸ ਵਾਈ ਕੀ ਹੋਏਗਾ, ਜਿਹੜੇ ਐਨਾਲੌਗ ਡਿਵਾਈਸਿਸ ਹੈ ਜਾਂ ਸਿਗਨਲ ਹੈ ਦੇ ਰਿਕੁਆਇਰ ਆ more power. So in case of analog signal consumption is more. Similarly data transmission rate, ਜਿਹੜੀ ਸਪੀਡ ਹੈ ਐਨਾਲੌਗ ਸਿਗਨਲ ਦੀ ਉਹ ਸਲੋ ਹੁੰਦੀ ਹੈ, ਔਰ ਡਿਜੀਟਲ ਜਿਹੜਾ ਸਿਗਨਲ ਉਹਦੀ ਸਪੀਡ ਕੀ ਹੋਏਗੀ, ਹਾਈਐਸਟ ਹੋਏਗੀ, ਹਾਈ ਸਪੀਡ ਹੋਏਗੀ। ਸੋ ਥੀਜ਼ ਆਰ ਦਾ ਡਿਫਰੈਂਸਿਸ between an analog signal and a digital signal on the basis these are the comparison। ਜਿਹੜਾ ਕੰਪੈਰੀਜ਼ਨ ਹੁੰਦਾ ਹੈ ਹਮੇਸ਼ਾ ਹੀ ਉਹਦੇ ਫੰਕਸ਼ਨ ਦੇ ਉੱਪਰ, ਉਹਦੇ ਫੀਚਰ ਦੇ ਬਿਹਾਫ ਦੇ ਉੱਪਰ ਹੀ ਹੁੰਦਾ ਹੈ। ਸੋ ਦੈਟ ਇਜ਼ ਅ ਵੈਰੀ ਇੰਪੋਰਟੈਂਟ ਕੁਐਸਚਨ। ਐਂਡ ਲਾਸਟ ਇਜ਼ ਐਪਲੀਕੇਸ਼ਨ ਐਂਡ ਐਡਵਾਂਟੇजेस ਆਫ ਅ ਡਿਜੀਟਲ ਸਿਗਨਲ। ਇੱਥੇ ਡਿਜੀਟਲ ਸਿਗਨਲ ਨਹੀਂ ਹੈ। ਸੋ ਆਈ ਹੋਪ ਕਿ ਇਹ ਸੈਸ਼ਨ ਕੁਝ ਜ਼ਿਆਦਾ ਲੰਬਾ ਹੋ ਗਿਆ, ਆਪਾਂ ਇਹ ਸੈਸ਼ਨ ਨੂੰ ਇੱਥੇ ਸਟਾਪ ਕਰਦੇ ਹਾਂ। ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ that is advantages and application of our digital signal, that is the last topic of this of your chapter. Thank you.